ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਬੰਦਹੁ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਗਰੀਬ ਨਵਾਜ ਭੈ ਭੰਜਨ ਮਿਹਰਬਾਨ ਪਤਿਤ ਪਾਵਨ ਦੀਨ ਦਿਆਲ ਕਿਰਪਾਲ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਮੁਕਤ ਭੁਗਤ ਜੁਗਤ ਦੇ ਦਾਤੇ ਮਹਾਨ ਸੁੱਖਾਂ ਦੇ ਦਾਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾਸਾਂ ਗਰੀਬਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਚਰਨ ਸ਼ਰਨ ਹਾਜ਼ੂਰੀ ਦੇ ਅੰਦਰ ਸੋਭਾਏਮਾਨ ਗੁਰੂ ਕੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਦੀਵਾਨ ਮੁੱਖ ਰੂਪ ਵਿੱਚ ਰੱਬ ਦੇ ਭਗਤ ਵਾਹਿਗੁਰੂ ਜੀ ਦੇ ਭਗਤ ਅਕਾਲ ਪੁਰਖ ਜੀ ਦੇ ਭਗਤ ਧੰਨ ਭਗਤ ਧੰਨਾ ਜੀ ਦੇ ਸੰਬੰਧ ਵਿੱਚ ਹੈ ਜਿਨ੍ਹਾਂ ਦਾ ਆਮਦ ਦਿਨ ਜਨਮ ਦਿਨ ਕਹਿ ਲਈਏ ਜਿਨ੍ਹਾਂ ਦੀ ਆਮਦ ਵਾਲਾ ਦਿਨ ਸਾਧ ਸੰਗਤ ਜੀ ਸਾਰੇ ਹੀ ਸੰਸਾਰ ਵਿੱਚ ਜਿੱਥੇ ਜਿੱਥੇ ਗੁਰੂ ਕੇ ਸਿੱਖ ਰਹਿ ਰਹੇ ਨੇ ਰੱਬ ਨੂੰ ਪਿਆਰ ਕਰਨ ਵਾਲੇ ਗੁਰੂ ਕੇ ਪਿਆਰੇ ਰਹਿ ਰਹੇ ਨੇ ਪਰਮੇਸ਼ਰ ਦੇ ਪਿਆਰੇ ਰਹਿ ਰਹੇ ਨੇ ਅਤੇ ਸਾਧ ਸੰਗਤ ਜੀ ਉਹ ਭਗਤ ਜੀ ਦਾ ਜਨਮ ਦਿਨ ਉਹਨਾਂ ਦੀ ਆਮਦ ਵਾਲਾ ਦਿਨ ਮਨਾ ਰਹੇ ਨੇ ਲਗਭਗ ਕੱਲ੍ਹ ਵੀ ਬੇਨਤੀ ਕੀਤੀ 600 ਸਾਲ ਪਹਿਲਾਂ ਉਹਨਾਂ ਦਾ ਜਨਮ ਹੋਇਆ ਜੀ 600 ਸਾਲ ਪਹਿਲਾਂ ਸੰਸਾਰ ਉੱਤੇ ਆਏ ਅਤੇ ਸੰਗਤ ਜੀ ਰੱਬ ਦੇ ਨਾਮ ਦੀ ਬਰਕਤ ਵੇਖੋ ਅੱਜ ਵੀ ਉਹਨਾਂ ਦੇ ਨਾਮ ਦੇ ਲੰਗਰ ਚੱਲ ਰਹੇ ਜੀ ਅੱਜ ਵੀ ਉਹਨਾਂ ਦੇ ਨਾਮ ਦੇ ਲੰਗਰ ਲੱਗੇ ਨੇ ਅਤੇ ਲੰਗਰ ਚੱਲ ਰਹੇ ਨੇ ਜੀ ਇਹਨੂੰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਆਖਿਆ ਜਿਹੜੇ ਮਨ ਚਿੱਤ ਇੱਕ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਉਹ ਉਹਨਾਂ ਦੇ ਪਿੱਛੋਂ ਪਤਾ ਨਹੀਂ ਉਹਨਾਂ ਦੀ ਬਰਕਤ ਵਿੱਚੋਂ ਕਿੰਨੇ ਕੁ ਅਸੰਖਾਂ ਹੀ ਲੋਕ ਕਰੋੜਾਂ ਹੀ ਲੋਕ ਪ੍ਰਸ਼ਾਦਾ ਛਕਦੇ ਜੀ ਜੋ ਮਨ ਚਿੱਤ ਇੱਕ ਅਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੀ ਗੱਜ ਕੇ ਆਖੋ ਵਾਹਿਗੁਰੂ। ਹੁਣ ਮਨ ਚਿੱਤ ਇੱਕ ਕਰਨਾ ਬਹੁਤ ਔਖਾ ਜੀ ਮਨ ਹੋਰ ਹੈ ਅਤੇ ਚਿੱਤ ਹੋਰ ਹੈ ਇਹਨਾਂ ਨੂੰ ਇੱਕ ਕਰਨਾ ਬਹੁਤ ਔਖਾ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਤੇ ਕੋਈ ਜੀਭ ਕਰਕੇ ਹੀ ਜਪਣ ਲੱਗ ਪਏ ਨਾ ਜੀ ਇਹ ਚੀਜ਼ਾਂ ਉਹਦੇ ਪਿੱਛੇ ਪਿੱਛੇ ਘੁੰਮਣ ਲੱਗ ਪੈਂਦੀਆਂ ਜੀ ਕੋਈ ਜੀਭ ਕਰਕੇ ਹੀ ਨਾਮ ਜਪਣ ਲੱਗ ਪਏ ਰਸਨਾ ਕਰਕੇ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਏ ਦੁਨੀਆ ਦੇ ਸੁੱਖ ਮਾਇਆ ਦਾ ਸੁੱਖ ਇਹ ਚੀਜ਼ਾਂ ਤੇ ਪਿੱਛੇ ਪਿੱਛੇ ਨੇ ਜਿਹੜੇ ਮਨ ਕਰਕੇ ਜਪਣ ਲੱਗ ਪੈਣ ਉਹਨਾਂ ਦੀ ਕਿੱਡੀ ਵੱਡੀ ਲੀਲਾ ਹੋਏਗੀ ਜੀ ਉਹਨਾਂ ਦਾ ਕਿੱਡਾ ਵੱਡਾ ਪ੍ਰਤਾਪ ਹੋਏਗਾ ਭਗਤ ਜੀ ਦਾ ਅੱਜ ਦਿਨ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਤੇ ਅਸੰਖਾਂ ਹੀ ਲੋਕ
ਉਹਨਾਂ ਦੇ ਨਾਮ ਦਾ ਲੰਗਰ ਛਕ ਰਹੇ ਸੀ, ਲੰਗਰ ਛਕ ਰਹੇ ਨੇ। ਜਿੱਥੇ ਵੀ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ, ਉਹਨਾਂ ਦਾ ਆਹ ਦਿਨ ਮਨਾਇਆ ਜਾ ਰਿਹਾ ਆਮਦ ਵਾਲਾ, ਸੰਗਤ ਜੀ ਉੱਥੇ ਹੀ ਜਿੱਥੇ ਸਰੀਰਕ ਲੰਗਰ ਲੱਗਾ ਉੱਥੇ ਆਤਮਾ ਦਾ ਭੋਜਨ, ਵਾਹਿਗੁਰੂ ਜੀ ਦੇ ਕੀਰਤਨ ਹੋ ਰਿਹਾ ਜੀ, ਪਰਮੇਸ਼ਰ ਦਾ ਕੀਰਤਨ ਹੋ ਰਿਹਾ। ਕੁਝ ਸਮਾਂ ਆਪਾਂ ਭਗਤ ਜੀ ਦਾ ਜੀਵਨ ਸਰਵਣ ਕਰਨਾ। ਗੁਰੂ ਸਾਹਿਬ ਜੀ ਨੇ ਗੁਰਬਾਣੀ ਚ ਆਖਿਆ, ਵਾਹਿਗੁਰੂ ਜੀ ਮੈਂ ਆਪ ਜੀ ਦੇ ਭਗਤਾਂ ਤੋਂ ਬਲਿਹਾਰ ਜਾਨਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਕੋਈ ਸ਼ੰਕਾ ਨਹੀਂ ਦਿੱਤਾ, ਇੱਕ ਇੱਕ ਗੱਲ ਖੋਲ ਦਿੱਤੀ ਹੈ। ਵਿਦਵਾਨ ਬੰਦੇ ਦੀ ਬਹੁਤ ਇੱਜ਼ਤ ਹੁੰਦੀ ਹੈ, ਗਿਆਨੀ ਦੀ ਬਹੁਤ ਇੱਜ਼ਤ ਹੁੰਦੀ ਹੈ, ਪੰਡਤ ਦੀ ਬਹੁਤ ਇੱਜ਼ਤ ਹੁੰਦੀ। ਜਿਹੜਾ ਵਿਦਵਾਨ ਹੋਵੇ ਜੀ ਉਹਦੇ ਅੱਗੇ ਸਾਰੇ ਝੁਕ ਜਾਂਦੇ ਵੀ ਗੱਲਾਂ ਬਾਤਾਂ ਦੀ ਤੇਰੇ ਕੋਲ ਕਲਾ ਹੈਗੀ ਹੈ ਤੇ ਤੂੰ ਬੜਾ ਮਹਾਨ ਹੈ ਭਾਈ। ਉਹਦੇ ਤੋਂ ਬਾਅਦ ਸੂਰਮੇ ਦੀ ਬੜੀ ਪਹੁੰਚ ਹੈਗੀ, ਬਾਹੂਬਲੀ ਦੀ ਜੀ। ਬਾਹੂਬਲੀ ਦੇ ਅੱਗੇ ਵੀ ਸਾਰੇ ਹੱਥ ਜੋੜ ਲੈਂਦੇ ਵੀ ਤੂੰ ਬੜਾ ਵੱਡਾ ਯੋਧਾ ਸੂਰਮਾ। ਤੇ ਚੱਕਰਵਰਤੀ ਰਾਜੇ ਦੇ ਤੇ ਆਸੇ ਪਾਸੇ ਦੁਨੀਆ ਘੁੰਮਦੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਰਾਜਿਆਂ ਦੀ ਵੀ ਬੜੀ ਇੱਜ਼ਤ ਹੁੰਦੀ ਹੈ, ਵਿਦਵਾਨਾਂ ਦੀ ਵੀ ਬਹੁਤ ਇੱਜ਼ਤ ਹੋ ਰਹੀ ਹੈ, ਸੂਰਮਿਆਂ ਦੀ ਵੀ ਇੱਜ਼ਤ ਹੁੰਦੀ ਹੈ ਤੇ ਰਾਜਿਆਂ ਦੀ ਵੀ ਇੱਜ਼ਤ ਹੁੰਦੀ ਹੈ। ਪਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਭਾਵੇਂ ਹੋਵੇ ਪੰਡਤ, ਭਾਵੇਂ ਹੋਵੇ ਸੂਰਮਾ, ਜਾਂ ਹੋਵੇ ਛਤਰਪਤੀ ਰਾਜਾ, ਕਹਿਣ ਲੱਗੇ ਸੱਚੇ ਹੈ ਇਹ ਤਿੰਨੇ ਇਕੱਠੇ ਹੋ ਜਾਣ ਇਹ ਭਗਤ ਦੀ ਬਰਾਬਰੀ ਨਹੀਂ ਕਰ ਸਕਦੇ। ਰੱਬ ਦੇ ਭਗਤ ਦੀ ਬਰਾਬਰੀ ਨਹੀਂ ਇਹਨਾਂ ਕੋਲੋਂ ਹੋ ਸਕਦੀ। ਗੱਜ ਕੇ ਆਖੋ ਵਾਹਿਗੁਰੂ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਇਹ ਰੱਬ ਦੇ ਭਗਤ ਦੀ ਬਰਾਬਰੀ ਨਹੀਂ ਕਰ ਸਕਦੇ। ਜਿੰਨੇ ਮਰਜ਼ੀ ਵੱਡਾ ਵਿਦਵਾਨ ਬਣ ਜੇ, ਕਥੱਕੜ ਗਿਆਨੀ ਬਣ ਜੇ, ਜਿੰਨਾ ਮਰਜ਼ੀ ਸੰਗਤ ਜੀ ਵੱਡਾ ਬਾਹੂਬਲੀ ਬਣ ਜੇ, ਜਾਂ ਜਿੰਨਾ ਮਰਜ਼ੀ ਵੱਡਾ ਰਾਜਾ ਬਣ ਜੇ। ਸੱਚੀ ਗੱਲ ਇਹ ਹੈ ਸੰਗਤ ਜੀ, ਇਹ ਵਿਸ਼ਾ ਥੋੜਾ ਜਿਹਾ ਗਹਿਰਾ, ਗੁਰੂ ਸਾਹਿਬ ਆਪ ਹੀ ਕਿਰਪਾ ਕਰਨ ਬੁਲਾਉਣ। ਗੱਲ ਇਹ ਹੈ ਕਿ ਸਾਧ ਸੰਗਤ ਜੀ ਸੁੱਖ ਮਿਲ ਜਾਣੇ ਹੋਰ ਨੇ ਤੇ ਭਗਤੀ ਹੋਣੀ ਗੱਲ ਹੋਰ ਹੈ ਜੀ। ਗਿਆਨੀ ਰੱਬ ਦੀਆਂ ਗੱਲਾਂ ਕਰ ਸਕਦਾ, ਪੰਡਤ ਰੱਬ ਦੀਆਂ ਗੱਲਾਂ ਹੀ ਕਰ ਸਕਦਾ। ਤੇ ਗੱਜ ਕੇ ਆਖੋ ਵਾਹਿਗੁਰੂ। ਗਿਆਨੀ ਕਥਾਵਾਚਕ ਪੰਡਤ ਸ਼ਾਸਤਰ ਪੜ੍ਹਿਆ ਹੋਇਆ ਵਿਦਵਾਨ ਉਹ ਰੱਬ ਦੀਆਂ ਗੱਲਾਂ ਕਰ ਸਕਦਾ, ਪਰ ਭਗਤਾਂ ਨੇ ਰੱਬ ਦੇ ਨਾਲ ਗੱਲਾਂ ਕੀਤੀਆਂ ਜੀ। ਤੇ ਨਾਲ ਗੱਲਾਂ ਕੌਣ ਕਰਦਾ? ਗੱਜ ਕੇ ਆਖੋ ਵਾਹਿਗੁਰੂ। ਨਾਲ ਗੱਲ ਉਹਦੀ ਹੀ ਹੁੰਦੀ ਜਿਹਦੇ ਤੱਕ ਪਹੁੰਚ ਹੋਵੇ ਜੀ। ਜਿਹਦੇ ਤੱਕ ਪਹੁੰਚ ਹੋਵੇ ਉਹੀ ਉਹਦੇ ਨਾਲ ਹੀ ਗੱਲ ਹੁੰਦੀ। ਮੇਰੀ ਕਿਸੇ ਵੀਰ ਤੱਕ ਪਹੁੰਚ ਹੈ ਤੇ ਉਹਦੇ ਨਾਲ ਗੱਲ ਹੋ ਰਹੀ ਹੈ। ਜਿਹਦੇ ਤੱਕ ਪਹੁੰਚ ਨਹੀਂ ਹੈਗੀ ਉਹਦੇ ਨਾਲ ਗੱਲ ਕਿਵੇਂ ਹੋਏਗੀ ਜੀ? ਹਾਂ, ਉਹਦੇ ਬਾਰੇ ਪੜ੍ਹ ਕੇ ਬੋਲ ਅਸੀਂ ਜ਼ਰੂਰ ਸਕਦੇ ਹਾਂ ਜੀ, ਫਲਾਣਾ ਬੰਦਾ ਐਸਾ ਹੈ, ਫਲਾਣਾ ਬੰਦਾ ਬਹੁਤ ਚੰਗੇ ਗੁਣਾਂ ਵਾਲਾ। ਪਰ ਸੱਚੀ ਗੱਲ ਇਹ ਹੈ ਉਸ ਬੰਦੇ ਤੱਕ ਜੇ ਮੇਰੀ ਪਹੁੰਚ ਨਹੀਂ ਹੈਗੀ ਤਾਂ ਉਹਦੇ ਨਾਲ ਗੱਲ ਕਿਵੇਂ ਹੋਏਗੀ ਜੀ? ਇਹੋ ਹੀ ਫਰਕ ਚ ਗਿਆਨੀਆਂ ਵਿੱਚ ਤੇ ਭਗਤਾਂ ਵਿੱਚ ਜੀ। ਗੱਜ ਕੇ ਆਖੋ ਵਾਹਿਗੁਰੂ। ਗਿਆਨੀ ਕੇਵਲ ਕਥਾ ਕਰਦੇ ਨੇ, ਇਹ ਵੀ ਰੱਬ ਨੇ ਡਿਊਟੀ ਲਾਈ ਪਰਮੇਸ਼ਰ ਨੇ, ਪਰ ਉਹ ਰੱਬ ਦੀਆਂ ਗੱਲਾਂ ਕਰਦੇ ਨੇ। ਰੱਬ ਦੇ ਭਗਤ ਰੱਬ ਦੇ ਨਾਲ ਗੱਲਾਂ ਕਰਦੇ ਜੀ। ਭਗਤ ਕਿਵੇਂ ਬਣਦਾ ਜੀ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਹਿਰਦੈ ਵਸਿਆ ਬ੍ਰਹਮ ਭਗਤਾਂ ਮਹਿ ਗਣਿਆ। ਜਿੰਨਾ ਚਿਰ ਤੱਕ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਨਹੀਂ ਵਸਿਆ, ਪਾਰ ਬ੍ਰਹਮ ਨਹੀਂ ਵਸਿਆ, ਉਹਨਾਂ ਚਿਰ ਤੱਕ ਬੰਦਾ ਭਗਤ ਨਹੀਂ ਚ ਹੈਗਾ। ਭਗਤ ਉਹੀ ਹੈ ਜਿਹਦੇ ਹਿਰਦੇ ਵਿੱਚ ਪਾਰ ਬ੍ਰਹਮ ਜੀ ਵਸ ਚੁੱਕੇ ਨੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਮੁਖ ਤੋਂ ਨਾਮ ਜਪਣਾ ਬਹੁਤ ਚੰਗੀ ਗੱਲ ਹੈ, ਜਪਣਾ ਚਾਹੀਦਾ ਹੈ। ਇੱਥੋਂ ਹੀ ਗਾਂ ਤਰੱਕੀ ਹੋਣੀ ਹੈ ਸਾਡੀ। ਪਰ ਨਾਮ ਜਪਦਿਆਂ 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 ਜਦੋਂ ਹਿਰਦੇ ਵਿੱਚ ਚੰਗੀ ਤਰ੍ਹਾਂ ਵਸੇਗਾ ਫਿਰ ਜਾ ਕੇ ਭਗਤ ਬਣਿਆ ਜਾਂਦਾ ਜੀ। ਫਿਰ ਜਾ ਕੇ ਭਗਤ ਬਣਿਆ ਜਾਂਦਾ। ਭਗਤ ਧੰਨਾ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਆਪ ਭਗਤ ਆਖਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਤੋਂ ਵੱਧ ਸਿਆਣਾ ਕੌਣ ਹੋ ਸਕਦਾ ਜੀ? ਗੁਰੂ ਸਾਹਿਬ ਜੀ ਨੇ ਆਪ ਉਹਨਾਂ ਨੂੰ ਭਗਤ ਦੀ ਉਪਾਧੀ ਦਿੱਤੀ। ਭਗਤ ਦੀ ਜੀ ਬੜੀ ਵੱਡੀ ਉਪਾਧੀ ਆ, ਔਰ ਰੱਬ ਦੇ ਬੜੀ ਨੇੜਤਾ ਵਾਲੀ ਉਪਾਧੀ ਹੈ, ਬੜੀ ਨੇੜਤਾ ਵਾਲੀ। ਭਗਤ ਰੱਬ ਦੇ ਬਹੁਤ ਨੇੜੇ ਹੁੰਦਾ ਜੀ। ਭਗਤ ਰੱਬ ਦੇ ਬਹੁਤ ਨੇੜੇ ਹੁੰਦਾ। ਆਸਾ ਬਾਣੀ ਭਗਤ ਧੰਨੇ ਜੀ ਕੀ, ਪੂਰਾ ਸਤਿਕਾਰ ਦਿੱਤਾ। ਗੱਜ ਕੇ ਆਖੋ ਵਾਹਿਗੁਰੂ। 3 ਸ਼ਬਦ ਨੇ ਬਾਬਾ ਧੰਨਾ ਜੀ ਦੇ, ਭਗਤ ਧੰਨਾ ਜੀ ਦੇ ਜੀ। 3 ਸ਼ਬਦ ਨੇ ਤੇ ਪੂਰੇ ਸਤਿਕਾਰ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਦੀ ਬਾਣੀ ਦਰਜ ਕੀਤੀ। ਆਸਾ
ਬਾਣੀ ਭਗਤ ਧੰਨੇ ਜੀ ਕੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਆਪਾਂ ਬੋਲਣ ਲੱਗਿਆਂ ਧਿਆਨ ਰੱਖਿਆ ਕਰੀਏ, ਬਹੁਤ ਵਾਰ ਸਹਿਜ ਸੁਭਾਅ ਨਿਰਾ ਹੀ ਭਗਤ ਧੰਨਾ ਕਹਿ ਕੇ ਅੱਗੇ ਚੱਲ ਜਾਂਦੇ ਜੀ। ਹਾਂਜੀ, ਅੱਜ ਕੀ ਹੈ ਜੀ? ਅੱਜ ਭਗਤ ਧੰਨੇ ਦਾ ਜਨਮ ਦਿਨ ਹੈ ਜੀ। ਐਦਾਂ ਕਹਿ ਕੇ ਅੱਗੇ ਚੱਲ ਜਾਂ ਕਹਿ ਦੇਣਾ ਭਗਤ ਧੰਨੇ ਨਾਲ ਰੱਬ ਨੇ ਐਂ ਕੀਤਾ, ਰੱਬ ਨੇ ਭਗਤ ਧੰਨੇ ਨਾਲ ਇਸ ਤਰ੍ਹਾਂ ਕੀਤਾ। ਨਹੀਂ ਸੰਗਤ ਜੀ, ਵੇਖੋ ਸਾਡੇ ਸਤਿਗੁਰੂ ਕਿੱਡਾ ਸਤਿਕਾਰ ਦੇ ਰਹੇ ਉਹਨਾਂ ਨੂੰ। ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਕਿੰਨਾ ਸਤਿਕਾਰ ਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਨੂੰ ਜੀ ਲਿਖਿਆ ਜਾਣਾ ਕਿਤੇ ਛੋਟੀ ਗੱਲ ਹੈ ਜੀ। ਇੱਥੇ ਤੇ ਹਰਨਾਕਸ਼ ਐਡਾ ਵੱਡਾ ਰਾਜਾ, ਗੁਰੂ ਰਾਮਦਾਸ ਜੀ ਨੇ ਕਿਹਾ ਹਰਨਾਕਸ਼ ਦੁਸ਼ਟ ਹਰ ਮਾਰਿਆ। ਉਹਨੂੰ ਉਸੇ ਵੇਲੇ ਦੁਸ਼ਟ ਦੀ ਉਪਾਧੀ ਦੇਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਭਗਤ ਜੀ ਦਾ ਸਤਿਕਾਰ ਕਰ ਰਹੇ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਣ ਦੇ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸਤਿਕਾਰ ਦੇ ਰਹੇ ਨੇ, ਤੇ ਆਪਾਂ ਕਿਉਂ ਨਾ ਸਤਿਕਾਰ ਦਈਏ ਉਹਨਾਂ ਨੂੰ। ਹਾਂਜੀ, ਆਪਾਂ ਆਪਣੀ ਜ਼ਿੰਦਗੀ ਵਿੱਚ ਪੱਕਾ ਰੱਖਣਾ। ਪਹਿਲੀ ਗੱਲ, ਭਗਤ ਸਾਰੇ ਹੀ ਸ਼੍ਰੋਮਣੀ ਨੇ, ਕੋਈ ਭਗਤ ਕਿਸੇ ਤੋਂ ਘੱਟ ਨਹੀਂ। ਖਾਸ ਕਰਕੇ ਜਿਹੜੇ 15 ਮਹਾਂਪੁਰਸ਼ਾਂ ਦੀ ਬਾਣੀ ਲਿਖੀ ਹੈ ਜੀ, ਤੇ ਸਾਧ ਸੰਗਤ ਜੀ ਪੂਰੇ ਸਤਿਕਾਰ ਨਾਲ ਹੀ ਇਹਨਾਂ ਨੂੰ ਬੁਲਾਉਣਾ। ਵੇਖੋ ਗੁਰੂ ਸਾਹਿਬ ਨੇ ਲਿਖਿਆ ਆਸਾ ਬਾਣੀ ਭਗਤ ਧੰਨੇ ਜੀ ਕੀ। ਪੂਰਾ ਸਤਿਕਾਰ ਗੁਰੂ ਸਾਹਿਬ ਨੇ ਦਿੱਤਾ। ਫਿਰ ਬੇਨਤੀ ਕਰਾਂ, ਗੁਰੂ ਸਾਹਿਬ ਨੇ ਖੁਦ ਕਲਮ ਨਾਲ ਜੀ ਪਾਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਡੰਡਾ ਵੀ ਵਾਧੂ ਨੀਚੇ ਹੈਗਾ ਜੀ। ਇੱਕ ਡੰਡਾ ਵੀ ਵਾਧੂ ਹੋਵੇ ਵੀ ਇਹ ਵਾਧੂ ਲਿਖਿਆ ਜੀ। ਹਾਂਜੀ, ਆ ਜਿਹੜੇ ਕਹਿੰਦੇ ਨੇ ਨਾ ਜੀ ਰਾਗਮਾਲਾ ਬਾਣੀ ਨਹੀਂ, ਪਤਾ ਨਹੀਂ ਕਿਉਂ ਇਹਨਾਂ ਨੂੰ ਸਮੱਤ ਆਏਗੀ। ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਡੰਡਾ ਵੀ ਵਾਧੂ ਨਹੀਂ ਹੈਗਾ ਜੀ। ਹਾਂਜੀ, ਉਹਦੇ ਵਿੱਚੋਂ ਪੂਰੇ 2 ਅੱਖਰ ਮਿਲੇ ਜੀ। ਬੜਾ ਸਤਿਕਾਰ ਵਾਲਾ ਸ਼ਬਦ ਹੈ। ਗੁਰੂ ਸਾਹਿਬ ਭਗਤ ਜੀ ਨੂੰ ਜੀ ਕਹਿ ਰਹੇ। ਬਾਣੀ ਭਗਤ ਧੰਨੇ ਜੀ ਕੀ। ਸਿੱਧਾ ਸਾਦਾ ਜੀਵਨ ਤੇ ਗੁਰਮੁਖੋ ਹਿਰਦੇ ਵਿੱਚ ਵਾਹਿਗੁਰੂ ਜੀ ਵਸ ਗਏ ਤੇ ਪਰਮੇਸ਼ਰ ਦੀ ਬਾਣੀ ਮੁਖੋਂ ਨਿਕਲਣ ਲੱਗ ਪਈ ਜੀ। ਇਹ ਕਿਤੇ ਛੋਟੀ ਗੱਲ। ਆਮ ਬੜੇ ਉਚਾਰਦੇ ਫਿਰਦੇ ਕਵਿਤਾ, ਕਹਿਣ ਵਾਲੇ ਵਿਦਵਾਨ ਪੀਲੂ ਜੀ ਵਰਗੇ, ਕਾਨ੍ਹਾ ਜੀ ਵਰਗੇ ਬੜੇ ਬੜੇ ਵੱਡੇ ਵਿਦਵਾਨ, ਜਿਨ੍ਹਾਂ ਨੇ ਕਹਿ ਦਿੱਤਾ ਸੀ ਮੈਂ ਉਹੀ ਰੇ, ਮੈਂ ਉਹੀ ਰੇ। ਪਰ ਸਾਧ ਸੰਗਤ ਜੀ ਵੇਖ ਲਓ, ਉਹਨਾਂ ਦੀ ਬਾਣੀ ਨਹੀਂ ਦਰਜ ਹੋਈ। ਸਿੱਧੇ ਸਾਦੇ ਜ਼ਮੀਂਦਾਰ ਘਰਾਣੇ ਦੇ, ਤੇ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਜਪਿਆ, ਵਾਹਿਗੁਰੂ ਜੀ ਮੁਖ ਤੇ ਹੀ ਪ੍ਰਗਟ ਹੋ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਪਰਮੇਸ਼ਰ ਜੀ ਭਗਤ ਧੰਨਾ ਜੀ ਦੇ ਮੁਖ ਉੱਤੇ ਆ ਕੇ ਪ੍ਰਗਟ ਹੋ ਗਏ। ਹਿਰਦੇ 'ਚ ਜੋ ਵਸੇ ਸੀਗੇ, ਕਿਸੇ ਰਾਹੀਂ ਤੇ ਬਾਹਰ ਦੁਨੀਆ ਦਾ ਭਲਾ ਕਰਨਾ ਸੀ, ਮੁਖ ਰਾਹੀਂ ਕੀਤਾ, ਮੁਖੋਂ ਬਾਣੀ ਉਚਾਰੀ। ਆਓ ਜੋ ਗੁਰੂ ਸਾਹਿਬ ਜੀ ਕਹਿ ਰਹੇ ਨੇ, ਵਾਹਿਗੁਰੂ ਜੀ ਮੈਂ ਤੁਹਾਡੇ ਭਗਤਾਂ ਤੋਂ ਬਲਿਹਾਰ ਜਾਨਾ। ਅਸੀਂ ਸਾਰੇ ਆਖੀਏ, ਭਗਤਾਂ ਕੋ ਬਲਿਹਾਰਾ ਤੇਰਿਆਂ, ਭਗਤਾਂ ਕੋ ਬਲਿਹਾਰਾ, 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 ਕੋ ਬਲਿਹਾਰਾ ਤੇਰਿਆਂ, ਭਗਤਾਂ ਕੋ ਬਲਿਹਾਰਾ। ਸਾਡੇ ਵਾਸਤੇ ਭਗਤ ਬਣਨਾ ਬਹੁਤ ਔਖਾ ਹੈਗਾ ਜੀ। ਵਾਹਿਗੁਰੂ ਜੀ ਕਿਰਪਾ ਕਰਨ ਤੇ ਕੋਈ ਗੱਲ ਵੀ ਨਹੀਂ, ਪਰ ਆਪਣੇ ਯਤਨ ਤੇ ਬਣਨਾ ਬਹੁਤ ਔਖਾ ਹੈ। ਬਹੁਤ ਔਖਾ। ਕੀ ਜਿਸ ਤਰੀਕੇ ਦੇ ਸਾਨੂੰ ਝਮੇਲੇ ਪਏ ਹੋ ਰਹੇ ਨੇ ਜੀ, ਭਗਤ ਪਦਵੀ ਦੇ ਲਾਗੇ ਵੀ ਪਹੁੰਚਣਾ ਬਹੁਤ ਔਖਾ ਹੈਗਾ ਜੀ। ਨਾਮੁਮਕਿਨ ਜਿਹਾ ਹੀ ਲੱਗਦਾ ਵੀ ਆਪਾਂ ਆਪਣੇ ਬਲਬੂਤੇ ਤੇ ਪਹੁੰਚ ਜਾਈਏ, ਆਪਣੇ ਜ਼ੋਰ ਨਾਲ ਪਹੁੰਚ ਜਾਈਏ। ਹੁਣ ਪਹੁੰਚਣਾ ਗੱਲ ਤੇ ਚਲੋ ਵਾਹਿਗੁਰੂ ਦੀ ਕਿਰਪਾ ਅਧੀਨ ਰਹੀ, ਪਰ ਸੰਗਤ ਜੀ ਅਸੀਂ ਕਰ ਕੀ ਸਕਦੇ ਹਾਂ? ਅਸੀਂ ਉਹਨਾਂ ਭਗਤਾਂ ਨੂੰ ਧੰਨ ਕਹਿ ਸਕਦੇ ਹਾਂ ਜੀ। ਅਸੀਂ ਉਹਨਾਂ ਭਗਤਾਂ ਦੀ ਸਿਫਤ ਕਰ ਸਕਦੇ ਹਾਂ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਜਪ ਕੇ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਤੇ ਜਿਹੜੇ ਭਗਤ ਬਣ ਗਏ ਜੀ। ਆਪਾਂ ਉਹਨਾਂ ਦੀ ਸਿਫਤ ਤੇ ਕਰ ਹੀ ਸਕਦੇ ਹਾਂ, ਬਲਿਹਾਰ ਉਹਨਾਂ ਤੋਂ ਜਾ ਸਕਦੇ ਹਾਂ, ਉਹਨਾਂ ਦੇ ਨਾਮ ਦੇ ਦਿਨ ਮਨਾ ਸਕਦੇ ਹਾਂ, ਉਹਨਾਂ ਦਾ ਨਾਂ ਦਾ ਲੰਗਰ ਛਕ ਸਕਦੇ ਹਾਂ ਜਾਂ ਛਕਾ ਸਕਦੇ ਹਾਂ ਜੀ। ਹਾਂਜੀ,
आओ फिर ये पंक्ति उचारो जी। भगतां को बलिहारा तेरियां भगतां को बलिहारा, बलहारा तेरिया भगतां को बलहारा जी भगतां को बलिहारा तेरियां भगतां को बलिहारा, भगतां को बलिहारा तेरियां भगतां को बलहारा। साध संगत जी, ठाकुर ਦੀ ਪੂਜਾ ਕਰਨੀ ਵੱਖਰੀ ਗੱਲ ਹੈ ਤੇ ਨਾਮ ਜਪਣਾ ਵੱਖਰੀ ਗੱਲ ਹੈ। ਭਾਈ ਗੁਰਦਾਸ ਜੀ ਨੇ ਜਿਹੜਾ ਪ੍ਰਮਾਣ ਦਿੱਤਾ, ਭਾਈ ਸਾਹਿਬ ਹੁਣ ਕੀਰਤਨ ਰੂਪ ਵਿੱਚ ਵੀ ਆਪ ਜੀ ਨੂੰ ਸੁਣਾ ਕੇ ਗਏ। ਬਾਹਮਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੇ। ਧੰਨਾ ਜੀ ਗਊਆਂ ਚਰਾ ਰਹੇ ਸਨ। ਇਹ ਗੱਲ ਕਿ ਹੋਰ ਵਿਸ਼ੇ ਨੂੰ ਸਮਰਪਿਤ ਸੀ। ਵੇਖਿਆ ਜਾਵੇ ਤੇ ਗੱਲ ਕੀ ਭੋਲਾ ਭਾਓ ਗੋਬਿੰਦ ਮਿਲਾਵੇ। ਭਾਈ ਸਾਹਿਬ ਜੀ ਜੋ ਲਿਖਦੇ ਨੇ ਤਤ ਗੱਲ ਅੰਤਮ ਪੰਕਤੀ ਵਿੱਚ ਹੁੰਦੀ ਹੈ। ਅੰਤਮ ਪੰਕਤੀ ਇਹ ਸੀ ਵੀ ਭਗਤ ਸਾਹਿਬ ਵਿੱਚ ਭੋਲਾ ਭਾ ਸੀ। ਭੋਲੇ ਭਾ ਨਾਲ ਭਗਤੀ ਕੀਤੀ ਤੇ ਗੋਬਿੰਦ ਨਾਲ ਮਿਲ ਗਏ ਜੀ, ਵਾਹਿਗੁਰੂ ਜੀ ਦੇ ਨਾਲ ਮਿਲ ਗਏ ਜੀ। ਤਤ ਭਾਵ ਇਹ ਹੈ, ਉਹ ਤਾਂ ਠਾਕੁਰ ਨੂੰ ਪੂਜਣਾ ਵੱਖਰੀ ਗੱਲ ਹੈ, ਸਾਲਗ੍ਰਾਮ ਦੀ ਪੂਜਾ ਵੱਖਰੀ ਗੱਲ 'ਚ, ਵਾਹਿਗੁਰੂ ਜੀ ਦਾ ਨਾਮ ਜਪਣਾ ਵੱਖਰੀ ਗੱਲ 'ਚ। ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤ ਜੀ, ਠਾਕੁਰ ਦੀ ਸੇਵਾ ਕਰਕੇ ਸਾਲਗ੍ਰਾਮ ਨੂੰ ਮੰਨ ਕੇ ਮੁਖੋਂ ਗੁਰਬਾਣੀ ਨਹੀਂ 'ਚ ਨਿਕਲ ਸਕਦੀ ਜੀ। ਭਾਵ ਪੜ੍ਹ ਤੇ ਉਹ ਵੀ ਸਕਦੇ ਜਿਹੜੇ ਸੇਵਾ ਕਰ ਰਹੇ ਨੇ, ਪਰ ਗੱਲ ਧਿਆਨ ਨਾਲ ਸਮਝਿਓ। ਭਾਵ ਇਹ ਹੈ ਵੀ ਜਿਹੜੀ ਹਿਰਦੇ 'ਚ ਬਾਣੀ ਪੈਦਾ ਹੋ ਗਈ, ਮੁਖ ਤੇ ਵਾਹਿਗੁਰੂ ਜੀ ਦੇ ਬੋਲ ਨਿਕਲੇ, ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਹਦਾ ਮਤਲਬ ਨਾਮ ਜਪਿਆ ਤੇ ਹਿਰਦੇ ਵਿੱਚ ਵਸ ਗਿਆ ਜੀ, ਹਿਰਦੇ ਵਿੱਚ ਵਸ ਗਿਆ। ਧਾਰਮਿਕ ਲਾਈਨ ਵਿੱਚ ਸੁਣਨਾ ਬਹੁਤ ਜ਼ਰੂਰੀ ਹੈਗਾ ਬੰਦੇ ਵਾਸਤੇ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹੜੇ ਸੁਣਦੇ ਨੇ ਨਾ ਜੀ, ਉਹ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਕਰਦੇ ਜੀ। ਸੁਣ ਸੁਣ ਕੇ ਚਾਅ ਪੈਦਾ ਹੁੰਦਾ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਸੁਣ ਸੁਣ ਕੇ ਚਾਅ ਪੈਦਾ ਹੁੰਦਾ ਜੀ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਗਤ ਜੀ ਦੇ ਬਾਰੇ ਜ਼ਿਕਰ ਕੀਤਾ ਬਾਣੀ ਵਿੱਚ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਪਰਦਾਇ ਗਿਆਨੀ ਉਹਦੀ ਉਥਾਨਕਾ ਪਤਾ ਕੀ ਦੱਸਦੇ ਨੇ? ਉਥਾਨਕਾ ਦੱਸਦੇ ਵੀ ਭਗਤ ਜੀ ਨੂੰ ਜਿਹੜੀ ਜ਼ਮੀਨ ਦਿੱਤੀ ਗਈ ਸੀ ਨਾ, ਉਹ ਬੰਜਰ ਦਿੱਤੀ ਗਈ ਸੀ। ਭਗਤ ਜੀ ਉਹਨੂੰ ਵਾਹੁੰਦੇ ਨੇ, ਬਣਦਾ ਕੱਖ ਨਹੀਂ ਜੀ, ਬਣਦਾ ਕੱਖ ਨਹੀਂ। ਬੰਜਰ ਜ਼ਮੀਨ ਦੇ ਵਿੱਚ ਭਾਵੇਂ ਜਿੰਨਾ ਸਾਲੀ ਬੱਧੀ ਕੋਈ ਮਿਹਨਤ ਕਰੀ ਜਾਏ, ਗੱਲ ਨਹੀਂ ਬਣੇਗੀ ਜੀ। ਹੁਣ ਹੈ ਹੀ ਉਹ ਬੰਜਰ ਹੈ, ਉਹਦੇ ਵਿੱਚ ਘਾਹ ਵੀ ਨਹੀਂ ਲੱਗ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਬੰਜਰ ਜੂ ਹੋਈ ਜੀ, ਤੇ ਆਪਣੇ ਖੂਹ ਤੇ ਬੈਠੇ ਪਾਣੀ ਕੱਢ ਰਹੇ ਸਨ। ਤੇ ਸੰਗਤ ਜੀ, ਕਿਸੇ ਨੇ ਆ ਕੇ ਦੱਸਿਆ ਵੀ ਕਿੰਨੀ ਮਿਹਨਤ ਕਰਨ ਦੇ ਹੋ, ਤੇ ਰੱਬ ਸਾਰਿਆਂ ਦੇ ਕੰਮ ਸਵਾਰਦਾ, ਤੇ ਤੁਸੀਂ ਰੱਬ ਦੀ ਭਗਤੀ ਕਰੋ, ਸਭ ਕੁਝ ਹੀ ਪਵਿੱਤਰ ਹੋ ਜਾਏਗਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਆਪ ਉਹਨਾਂ ਲਿਖਿਆ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਦਾ। ਰੱਬ ਸਵਾਰ ਦਿੰਦਾ ਜੀ। ਸਾਡੇ ਬਹੁਤੇ ਕੰਮ ਅੜੇ ਰਹਿੰਦੇ ਜੀ। ਕਿਉਂ? ਅਜੇ ਅਸੀਂ ਮਨ ਚਿੱਤ ਇੱਕ ਕਰਕੇ ਭਗਤੀ ਨਹੀਂ ਨਾ ਜੀ ਕਰ ਰਹੇ ਜੀ, ਤਾਂ ਕੰਮ ਅੜੇ ਰਹਿੰਦੇ ਜੀ। ਭਗਤੀ ਕਰਕੇ ਵੇਖੀਏ, ਦੁਨੀਆ ਦਾ ਕੋਈ ਵੀ ਕੰਮ ਨਹੀਂ ਅੜੇਗਾ ਜੀ, ਕੋਈ ਵੀ ਨਹੀਂ ਅੜੇਗਾ, ਸਾਰੇ ਹੋ ਹੀ ਜਾਣਗੇ। ਸੰਗਤ ਜੀ, ਮੁਖ ਤੋਂ ਬੋਲਣ ਵਾਲੇ ਦੇ ਕੰਮ ਹੋ ਜਾਂਦੇ, ਮੁਖ ਤੋਂ ਵਾਹਿਗੁਰੂ ਵਾਹਿਗੁਰੂ ਕਹਿਣ ਵਾਲੇ ਦੇ ਕਾਰਜ ਹੋ ਜਾਂਦੇ ਨੇ। ਜਿਹੜਾ ਮਨ ਕਰਕੇ ਜਪਦਾ ਹੋਏਗਾ, ਕਿੱਡੀ ਵੱਡੀ ਗੱਲ ਪ੍ਰਾਪਤ ਹੋਈ ਹੋਏਗੀ ਜੀ। ਗੁਰੂ ਸਾਹਿਬ ਜੀ ਦੱਸਦੇ ਵੀ ਭਗਤ ਸਾਹਿਬ ਜੀ ਬੈਠੇ ਨੇ ਜੀ, ਤੇ ਭਗਤ ਸਾਹਿਬ ਜੀ ਨੂੰ ਕਿਸੇ ਨੇ ਰੱਬ ਦੇ ਭਗਤਾਂ ਬਾਰੇ ਸੁਣਾਇਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਭਗਤ ਸਾਹਿਬ ਜੀ ਨੂੰ ਰੱਬ ਦੇ ਭਗਤਾਂ ਬਾਰੇ ਸੁਣਾਇਆ, ਤੇ ਭਗਤ ਜੀ ਨੇ ਸੁਣਿਆ ਜੀ। ਹਾਂਜੀ, ਤੇ ਸੁਣਿਆ ਬੜੇ ਧਿਆਨ ਨਾਲ। ਮਸਕੀਨ ਜੀ ਇਹ ਗੱਲ ਕਹਿੰਦੇ ਸਨ, ਉਹ ਕਹਿੰਦੇ ਵੀ ਰੱਬ ਨੇ ਕੰਨ ਦੋ ਲਾਏ ਤੇ ਜੀਭ ਇੱਕ ਲਾਈ ਹੈ। ਜੀਭ ਨਾ ਬੋਲਣਾ ਤੇ ਕੰਨਾਂ ਨਾਲ ਸੁਣਨਾ ਹੈ। ਕਹਿੰਦੇ ਇਹਦਾ ਭਾਵ ਇਹ ਹੈ, ਰੱਬ ਨੇ ਵੀ ਇਹ ਗੱਲ ਆਖੀ ਵੀ ਸੁਣੋ ਜ਼ਿਆਦਾ ਤੇ ਬੋਲੋ ਘੱਟ। ਹਾਂਜੀ, ਸੁਣੋ ਜ਼ਿਆਦਾ। ਭਾਵ ਜਿਹੜਾ ਸੁਣਦਾ ਜੀ ਔਰ ਧਿਆਨ ਨਾਲ ਸੁਣਦਾ, ਸੁਣ ਸੁਣ ਕੇ ਚਾਅ ਪੈਦਾ ਹੋ ਜੇ ਉਹ ਇਸ ਮਾਰਗ ਤੇ ਲੱਗੇ ਤੇ ਬੜੀ ਤਰੱਕੀ ਹੋਵੇ ਜੀ। ਥੋੜਾ ਜਿਹਾ ਉਹ ਸ਼ਬਦ ਸੁਣੋ, ਨਾਲ ਨਾਲ ਗੁਰਬਾਣੀ ਦਾ, ਨਾਲ ਨਾਲ ਆਪਾਂ ਜੀਵਨ ਜਿਵੇਂ ਗੁਰੂ ਸਾਹਿਬ ਕਿਰਪਾ ਕਰਨ ਵਿਚਾਰੀ ਚੱਲਾਂਗੇ। ਗੱਜ ਕੇ ਸਾਰੀ ਸੰਗਤ ਆਖੋ, ਧੰਨ ਭਗਤ ਧੰਨਾ ਜੀ। ਧੰਨਾ ਜੀ। ਤੇ ਜੇ ਭਗਤ ਧੰਨਾ ਜੀ ਨੂੰ ਧੰਨਾ ਸਾਹਿਬ ਵੀ ਕਹਿ ਦਿੱਤਾ ਜਾਵੇ ਨਾ ਜੀ, ਤੇ ਸੰਗਤ ਜੀ ਉਹ ਘੱਟ ਨਹੀਂ ਹੈਗੇ। ਕਿਉਂ? ਸਾਹਿਬ ਦੇ ਵਿੱਚ ਤੇ ਬੈਠੇ ਨੇ ਜੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਜੀ ਬੈਠੇ ਕਿ ਨਹੀਂ ਬੈਠੇ ਜੀ?
ਸਾਹਿਬ ਦੇ ਵਿੱਚ ਬੈਠੇ ਜੀ। ਆਖੋ ਧੰਨ ਭਗਤ ਧੰਨਾ ਸਾਹਿਬ ਜੀ। ਭਗਤ ਧੰਨਾ ਸਾਹਿਬ ਜੀ। ਧੰਨ ਭਗਤ ਧੰਨਾ ਸਾਹਿਬ ਜੀ। ਭਗਤ ਧੰਨਾ ਸਾਹਿਬ ਤੇ ਜੀ। ਇੱਕ ਵਾਰ ਥੋੜਾ ਜਿਹਾ ਗੱਜ ਕੇ ਆਖੋ, ਏਡੇ ਵੱਡੇ ਰੱਬ ਦੇ ਭਗਤ ਜੀ। ਹਾਂ, ਤੇ ਅਸੀਂ ਇੰਨਾ ਸਵਾਇਆ ਜਿਹਾ ਆਖੀਏ, ਗੱਜ ਕੇ ਆਖੋ ਧੰਨ ਭਗਤ ਧੰਨਾ ਸਾਹਿਬ ਜੀ। ਭਗਤ ਧੰਨਾ ਸਾਹਿਬ। ਧੰਨ ਭਗਤ ਧੰਨਾ ਸਾਹਿਬ ਜੀ। ਭਗਤ ਧੰਨਾ ਸਾਹਿਬ। ਧੰਨ ਭਗਤ ਧੰਨਾ ਸਾਹਿਬ ਜੀ। ਭਗਤ ਧੰਨਾ ਸਾਹਿਬ। ਬਹੁਤ ਪ੍ਰੇਮ ਨਾਲ ਗੁਰੂ ਅਰਜਨ ਸਾਹਿਬ ਕਹਿੰਦੇ, ਜੋ ਭਗਤ ਜੀ ਨੇ ਸੁਣਿਆ ਤੁਸੀਂ ਵੀ ਸੁਣੋ। ਕਹਿਣ ਲੱਗੇ, ਜੋ ਭਗਤ ਜੀ ਨੇ ਸੁਣਿਆ ਨਾ ਉਹ ਤੁਸੀਂ ਵੀ ਸੁਣੋ। ਤੇ ਕਿਵੇਂ ਭਗਤੀ ਕਰਨ ਲੱਗ ਪਏ ਜੀ ਉਹ, ਬਹੁਤ ਪ੍ਰੇਮ ਨਾਲ ਸੁਣੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਮਹੱਲਾ ਪੰਜਵਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾਂ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਆ ਕੇ ਦੱਸਿਆ ਰੱਬ ਦੇ ਪਿਆਰੇ ਨੇ, ਧੰਨਾ ਜੀ ਇੰਨੀ ਮਿਹਨਤ ਕਰਨ ਦੇ ਤੇ ਵੇਖੋ ਕੀ ਕੀ ਬਣ ਗਿਆ ਦੁਨੀਆ ਤੇ। ਇਹ ਸਾਰੇ ਭਗਤ ਜੀ ਤੋਂ ਪਹਿਲਾਂ ਹੋਏ ਜੀ, ਮਹਾਂਪੁਰਸ਼ ਪਹਿਲਾਂ ਜੀ, ਕੁਝ ਉਹਨਾਂ ਦੇ ਸਮਕਾਲੀ ਹੋਏ ਜੀ। ਹਾਂਜੀ, ਉਹ ਕਹਿਣ ਲੱਗੇ, ਵੇਖੋ ਨਾਮਦੇਵ ਜੀ ਨੇ ਗੋਬਿੰਦ ਗੋਬਿੰਦ ਜਪਿਆ। ਗੱਜ ਕੇ ਆਖੋ ਵਾਹਿਗੁਰੂ। ਇਹ ਵੀ ਸੰਗਤ ਜੀ, ਜਿਵੇਂ ਸਾਨੂੰ ਗੁਰੂ ਸਾਹਿਬ ਨੇ ਵਾਹਿਗੁਰੂ ਮੰਤਰ ਦਿੱਤਾ ਨਾ, ਸਾਨੂੰ ਉਹਦੀ ਕਮਾਈ ਕਰਨ ਦਾ ਹੁਕਮ ਹੈ ਗੁਰੂ ਜੀ ਦਾ, ਉਵੇਂ ਪੁਰਾਤਨ ਮਹਾਂਪੁਰਸ਼ਾਂ ਨੇ ਵੱਖ-ਵੱਖ ਮੰਤਰ ਜਪੇ ਜੀ। ਵੱਖ-ਵੱਖ ਤਰੀਕੇ ਨਾਲ ਰੱਬ ਦਾ ਨਾਮ ਉਹਨਾਂ ਨੇ ਰੱਖਿਆ ਔਰ ਉਹਦੇ ਅਨੁਸਾਰ ਜਪਣ ਲੱਗ ਪਏ, ਉਹਨਾਂ ਨੂੰ ਪ੍ਰਾਪਤੀ ਹੋ ਗਈ। ਮਹਾਂਪੁਰਸ਼ ਇਹ ਗੱਲ ਦੱਸਦੇ, ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ, ਉਹ ਕਹਿੰਦੇ ਸਨ, ਭਗਤ ਨਾਮਦੇਵ ਜੀ ਗੋਬਿੰਦ 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 ਕਰਕੇ ਵਾਹਿਗੁਰੂ ਦਾ ਨਾਮ ਜਪਦੇ ਹੈਗੇ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਨੂੰ ਦੱਸਿਆ, ਕਿਸੇ ਨੇ ਦੱਸਿਆ, ਧੰਨਾ ਜੀ ਤੁਸੀਂ ਇੰਨੀ ਮਿਹਨਤ ਜੂ ਕਰਨ ਦੇ ਹੋ ਤੇ ਵੇਖੋ ਉਧਰ ਕੀ ਬਣਿਆ। ਕਹਿੰਦੇ ਜੀ ਕੀ? ਕਹਿਣ ਲੱਗੇ, ਨਾਮਦੇਵ ਜੀ ਨੇ ਆਪਣੀ ਜ਼ਿੰਦਗੀ 'ਚ ਗੋਬਿੰਦ ਗੋਬਿੰਦ ਜਪਿਆ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਹੁਣ ਲੀਣਾ ਕਿਤੇ ਸੌਖਾ ਕੰਮ ਹੈ? ਲੀਨ ਹੀ ਹੋ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਤੇ 5 ਮਿੰਟ ਵਾਹਿਗੁਰੂ ਵਾਹਿਗੁਰੂ ਬੋਲੀਏ ਤਾਂ ਧਿਆਨ 36 ਪਾਸੀ ਬੰਦੇ ਦਾ ਜਾਂਦਾ ਜੀ। ਧਿਆਨ 50 ਬੰਨੇ ਜਾਣਾ ਵੀ ਉਹ ਕੰਮ ਨਾ ਅੜਦੇ। ਉੱਥੇ ਕੀ ਬਣਦਾ ਹੋਏਗਾ, ਉੱਥੇ ਕੀ ਬਣਦਾ ਹੋਏਗਾ, ਉੱਥੇ ਕੀ ਬਣਦਾ ਹੋਏਗਾ। ਦੱਸਣ ਵਾਲੇ ਨੇ ਦੱਸਿਆ, ਗੁਰੂ ਸਾਹਿਬ ਨੇ ਸਾਨੂੰ ਅੱਗੋਂ ਦੱਸਿਆ ਨਾਮਦੇਵ ਜੀ ਨੇ ਮਨ ਲੀਨ ਹੀ ਕਰ ਲਿਆ ਜੀ, ਲੀਨ ਹੀ ਕਰ ਲਿਆ ਜੀ। ਹਾਂਜੀ। ਆੜ ਦਾਮ ਕੋ ਸ਼ਿਪਰ, ਹੋਇਓ ਲਾਖੀਣਾ। ਅੱਗੋਂ ਧੰਨਾ ਜੀ ਪੁੱਛਦੇ, ਕਹਿਣ ਲੱਗੇ, ਅੱਛਾ ਜੇ ਗੋਬਿੰਦ ਜੀ ਦਾ ਨਾਮ ਜਪਿਆ ਤੇ ਹੋਇਆ ਕੀ? ਸਿੱਧਾ ਸਾਦਾ ਸੁਭਾਅ। ਕਹਿਣ ਲੱਗੇ, ਹੋਇਆ ਕੀ? ਕਹਿਣ ਲੱਗੇ, ਕੀ ਦਸੀਏ, ਅੱਧੀ ਕੌਡੀ ਦੇ ਛੀਂਬੇ ਸਨ ਜੀ। ਹੈ ਲੱਖਾਂ ਵਾਲੇ ਬਣ ਗਏ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ, ਇਹੋ ਲਿਖਿਆ ਨਾ, ਆਟ ਦਾਮ ਕੋ ਛੀਪਰੋ। ਆਟ ਦਾਮ ਅੱਧੀ ਕੌਡੀ। ਜਿਹੜਾ ਕੰਮ ਕਰਨਾ, ਕੱਪੜੇ ਧੋਣੇ ਜਾਂ ਜਿਹੜੇ ਸੀਣੇ, ਉਹਨਾਂ ਨਾਲ ਕਿਤੇ ਕਿੰਨੇ ਕੁ ਪੈਸੇ ਮਿਲਦੇ ਹੁੰਦੇ ਸੀ? ਅੱਧੀ ਕੌਡੀ ਮਿਲਣੀ ਦੀ, ਅੱਧੀ ਜੀ। ਹਾਂਜੀ, ਤੇ ਭਗਤ ਜੀ ਨੇ ਨਾਲੇ ਅੱਧੀ ਲਈ ਜਾਣੀ ਤੇ ਨਾਲੇ ਕੰਮ ਕਰੀ ਜਾਣਾ ਜੀ। ਬਸਤਰ ਰੰਗਣੇ ਜਾਂ ਬਸਤਰ ਸਿਉਣੇ, ਇਹ ਕੰਮ ਹੁੰਦਾ ਹੈਗਾ ਜੀ। ਨਾਲ ਨਾਲ ਉਹ ਕੰਮ ਕਰਨਾ, ਨਾਲ ਨਾਲ ਗੋਬਿੰਦ ਗੋਬਿੰਦ ਜਪਣਾ। ਉਹ ਅੱਧੀਆਂ ਕੌਡੀਆਂ ਤੇ ਕਿਤੇ ਰਹੀਆਂ ਲੱਖਾਂ ਦੇ ਹੋ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਭਾਵ ਭਗਤ ਨਾਮਦੇਵ ਬੜੀ ਵੱਡੀ ਅਵਸਥਾ ਪ੍ਰਾਪਤ ਹੋ ਗਈ, ਬੜੀ ਵੱਡੀ ਅਵਸਥਾ ਪ੍ਰਾਪਤ ਹੋ ਗਈ। ਆਟ ਦਾਮ ਕੋ ਛੀਪਰੋ, ਹੋਇਓ ਲਾਖੀਣਾ। ਲੱਖਾਂ ਵਰਗੇ ਹੋ ਗਏ। ਧੰਨਾ ਜੀ ਤੁਸੀਂ ਇੱਥੇ ਡਹੇ 'ਚ ਕਈ ਪ੍ਰਕਾਰ ਦੇ ਕਾਜ ਕਰਨ। ਸੁਣੋ, ਜਿਨ੍ਹਾਂ ਨੇ ਰੱਬ ਦੀ ਭਗਤੀ ਕੀਤੀ ਉਹ ਕੀ ਕੀ ਬਣ ਗਏ। ਕਹਿਣ ਲੱਗੇ, ਦੁਨੀਆ ਵਿੱਚ ਜਾਣੇ ਜਾਣ ਲੱਗ ਪਏ, ਦੁਨੀਆ ਵਿੱਚ ਪੂਜੇ ਜਾਣ ਲੱਗ ਪਏ। ਹਾਂਜੀ। ਰਹਾਉ। ਹਾਂਜੀ। ਬੁਣਨਾ ਤਣਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ। ਤੇ ਗੱਜ ਕੇ ਆਖੋ ਵਾਹਿਗੁਰੂ। ਤੇ ਕਬੀਰ ਜੀ ਦਾ ਨਾਮ ਵੀ ਬੱਚਾ ਜਾਣਦਾ ਸੀ। ਧੰਨਾ ਜੀ ਧਿਆਨ ਨਾਲ ਸੁਣਨ ਲੱਗ ਪਏ ਜੀ। ਇਹ ਬਿਦ ਸੁਣ ਕੇ ਜਾਟ ਲੋ, ਧਿਆਨ ਨਾਲ ਸੁਣਨ ਲੱਗ ਪਏ। ਅੱਛਾ, ਰੱਬ ਦਾ ਨਾਮ ਇੰਨੀ ਕਾਜ ਸਵਾਰਦਾ। ਸਾਧ ਸੰਗਤ ਜੀ, ਭਗਤੀ ਪਿਛਲੇ ਜਨਮਾਂ ਦੀ ਹੁੰਦੀ ਚ, ਬੜੇ ਧਿਆਨ ਨਾਲ ਬਚਨ ਸੁਣਿਆ ਜੇ। ਭਗਤੀ ਪਿਛਲੇ ਜਨਮਾਂ ਦੀ ਹੁੰਦੀ ਚ ਬਹੁਤ ਵਾਰ ਕੁਝ ਰੂਹਾਂ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਲਗਾਤਾਰ ਮਨੁੱਖਾ ਸਰੀਰ ਮਿਲ ਰਿਹਾ ਹੁੰਦਾ ਜੀ। ਲਗਾਤਾਰ ਜੀ ਉਹਨਾਂ ਉਸ ਸਰੀਰ ਵਿੱਚ ਰਹਿ ਕੇ ਪਰਮਾਤਮਾ ਤੱਕ ਪਹੁੰਚਣਾ ਹੁੰਦਾ।
ਮਹਾਂਪੁਰਸ਼ ਦੱਸਦੇ, ਉਹ ਕਹਿਣ ਲੱਗੇ ਭਗਤ ਧੰਨਾ ਜੀ ਵੀ ਉਹਨਾਂ ਵਿੱਚੋਂ ਸਨ। ਲਗਾਤਾਰ ਮਨੁੱਖਾ ਸਰੀਰ ਮਿਲਿਆ, ਲਗਾਤਾਰ ਕੋਈ ਟੇਢੀ ਜੂਨ ਚ ਨਹੀਂ ਆਏ ਜੀ, ਲਗਾਤਾਰ ਮਨੁੱਖਾ ਸਰੀਰ ਮਿਲਿਆ ਤੇ ਇਸ ਜਨਮ ਵਿੱਚ ਆ ਕੇ ਭਾਗ ਲੱਗ ਗਏ ਜੀ ਭਗਤੀ ਨੂੰ। ਹਰਿਮੰਦਰ ਸਾਹਿਬ ਦੇ ਗ੍ਰੰਥੀ ਨੇ ਜੀ ਇੱਕ, ਉਹ ਦੱਸਦੇ ਉਤਾਂ ਤੋਂ ਪਹਿਲਾਂ ਨਹੀਂ ਇਹਨਾਂ ਗੱਲਾਂ ਨੂੰ ਮੰਨਦੇ, ਬਾਅਦ ਚੋਂ ਮੰਨ ਗਏ ਜਦੋਂ ਉਹਨਾਂ ਵੇਖਿਆ ਜੀ। ਪਤਾ ਕੀ ਦੱਸਿਆ ਜੀ? ਕਹਿਣ ਲੱਗੇ ਸਾਡੀ ਡਿਊਟੀ ਅੰਮ੍ਰਿਤ ਛਕਾਉਣ ਦੀ ਹੁੰਦੀ ਸੀ, ਅੰਮ੍ਰਿਤ ਛਕਾਉਣਾ ਅਸੀਂ ਬਿਲਕੁਲ ਖੰਡਨ ਕਰਦੇ ਹੁੰਦੇ ਹਾਂ ਵੀ ਕੋਈ ਸਮਾਧੀ ਨਹੀਂ ਤੇ ਕੋਈ ਕੁਛ ਨਹੀਂ, ਕੋਈ ਸੁਰਤ ਨਹੀਂ ਜੁੜਦੀ। ਸੁਰਤ ਜੁੜਨਾ ਕੀ ਹੁੰਦਾ? ਕਹਿੰਦੇ ਅਸੀਂ ਪੜ੍ਹਿਆ ਹੀ, ਅਸੀਂ ਇਹ ਗੱਲਾਂ ਮੰਨਦੇ ਨਹੀਂ ਹਾਂ। ਗੱਜ ਕੇ ਆਖੋ ਵਾਹਿਗੁਰੂ। ਇਹ ਜਿਹੜੀ ਅੰਮ੍ਰਿਤ ਦੀ ਦਾਤ ਮਿਲ ਜਾਣੀ ਨਾ ਜੀ, ਇਹ ਸੰਗਤ ਜੀ ਬੜੇ ਪਿਛਲੇ ਭਾਗ ਜਾਗਣ ਤੇ ਫੇਰ ਐਸਾ ਹੁੰਦਾ ਜੀ। ਉਹ ਕਹਿੰਦੇ ਅਸੀਂ ਅੰਮ੍ਰਿਤ ਸੰਚਾਰ ਕਰਨੇ, ਆਏ, ਮੀਆਂ ਬੀਬੀ ਆਏ, ਪਤੀ ਪਤਨੀ ਆਏ, ਹਸਬੈਂਡ ਵਾਈਫ ਆਏ ਜੀ, ਅੰਮ੍ਰਿਤ ਛਕਾਉਣ ਲੱਗੇ। ਉਹਨਾਂ ਵਿੱਚੋਂ ਜਿਹੜੀ ਬੀਬੀ ਸੀ ਕਹਿਣ ਲੱਗੇ ਪਤਾ ਨਹੀਂ ਕੀ ਗੱਲ ਹੈ, ਪਿਛਲੇ ਜਨਮਾਂ ਦੀ ਕਿੰਨੀ ਕੁ ਭਗਤੀ ਸੀ ਕੋਈ ਪਤਾ ਨਹੀਂ। ਅਸੀਂ ਅੰਮ੍ਰਿਤ ਛਕਾਇਆ, ਪਹਿਲਾ ਘੁੱਟ ਦਿੱਤਾ ਤੇ ਆਖਿਆ ਬੀਬਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿਣ ਲੱਗੇ ਅਜੇ ਅੰਮ੍ਰਿਤ ਦਾ ਘੁੱਟ ਅੰਦਰ ਗਿਆ ਹੀ ਉਹਨੇ ਵਾਹਿਗੁਰੂ ਬੋਲਿਆ, ਉਹਦੀ ਉੱਥੇ ਹੀ ਸਮਾਧੀ ਲੱਗ ਗਈ। ਕਹਿਣ ਲੱਗੇ ਉੱਥੇ ਹੀ ਸਮਾਧੀ ਲੱਗ ਗਈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਹੁਣ ਇਹ ਭਾਵ ਪਿਛਲੀ ਕਮਾਈ ਬਹੁਤ ਸੀਗੀ, ਪਿਛਲੀ ਕਮਾਈ ਬਹੁਤ ਸੀਗੀ, ਹੁਣ ਤੇ ਬਸ ਥੋੜੀ ਜਿਹੀ ਜਾਗ ਲਾਉਣ ਦੀ ਦੇਰ ਸੀ। ਕੰਮ ਤੇ ਬਣਿਆ ਹੀ ਪਿਆ ਹੈਗਾ ਜੀ, ਕੰਮ ਤੇ ਅਜੇ ਇੱਕ ਹੀ ਘੁੱਟ ਅੰਮ੍ਰਿਤ ਦਾ ਅੰਦਰ ਗਿਆ ਜੀ, ਉਹ ਕਹਿੰਦੇ ਸਮਾਧੀ ਲੱਗ ਗਈ ਉਸ ਮਾਈ ਦੀ ਜੀ, ਸਾਡੇ ਸਾਹਮਣੇ ਲੱਗ ਗਈ। ਕੁਝ ਸਿੱਖਾਂ ਨੇ ਬੀਬੀਆਂ ਨੇ ਰਲ ਕੇ ਪਰਾਂ ਕੀਤਾ ਉਹਨੂੰ ਜੀ, ਤੇ ਬਹੁਤ ਲੰਮਾ ਸਮਾਂ ਅਡੋਲ ਰਹੀ ਜੀ। ਤੇ ਉਹਨੂੰ ਪੁੱਛਿਆ ਜਦੋਂ ਉੱਠੀ, ਉਹ ਕਹਿਣ ਲੱਗੀ ਇਉਂ ਲੱਗਾ ਜਿਵੇਂ ਅਜੇ ਕੁਝ ਸਮਾਂ ਹੀ ਹੋਇਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅਜੇ ਜਿਵੇਂ ਪਲ ਹੀ ਹੋਏ ਹੁੰਦੇ, ਪਲ ਪਹਿਲਾਂ ਬੈਠੀ ਸਾਂ ਹੁਣ ਅੱਖਾਂ ਖੋਲੀਆਂ। ਕਹਿੰਦੇ ਸਾਰਿਆਂ ਦਾ ਅੰਮ੍ਰਿਤ ਸੰਚਾਰ ਹੋ ਗਿਆ ਤੇ ਐਂਡ ਤੇ ਫਿਰ ਮਾਈ ਵਾਸਤੇ ਦੂਜਾ ਫਿਰ ਤਿਆਰ ਕੀਤਾ ਅੰਮ੍ਰਿਤ, ਵੀ ਹੁਣ ਪੂਰਾ ਤੇ ਛਕਾਉਣਾ। ਪਰ ਇੱਕ ਘੁੱਟ ਨਹੀਂ ਸਮਾਧੀ ਲਾਤੀ। ਇਹਦਾ ਭਾਵ ਵੀ ਪਿਛਲੀ ਭਗਤੀ ਬਹੁਤ ਸੀਗੀ, ਪਿਛਲੀ ਭਗਤੀ ਇੰਨੀ ਕੁ ਸੀ, ਅੰਮ੍ਰਿਤ ਦਾ ਇੱਕ ਘੁੱਟ ਹੀ ਅੰਦਰ ਗਿਆ ਤੇ ਉਹ ਗੱਲ ਬਣ ਗਈ ਸਾਰੀ ਜੀ। ਕਈ ਵਾਰੀ ਬੰਦਾ ਸੁਣ ਲਏ ਤੇ ਸੰਗਤ ਜੀ ਉਹ ਜਿਹੜੀ ਪਿਛਲੀ ਭਗਤੀ ਉਹ ਸਾਰੀ ਜਾਗ ਜਾਂਦੀ ਜੀ, ਇੱਕਦਮ ਜਾਗਦੀ, ਇੱਕਦਮ ਜੀ। ਤੇ ਜਦੋਂ ਜਾਗ ਜੇ ਫਿਰ ਬੰਦਾ ਤਨੋ ਮਨੋ ਇਸ ਕੰਮ ਨੂੰ ਲੱਗਦਾ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਧੰਨਾ ਜੀ ਨੂੰ ਦੱਸਿਆ ਜੀ ਕੀ ਕੀ ਸੁਣਿਆ, ਨਾਮਦੇਵ ਜੀ ਦੀ ਸਿਫਤ ਸੁਣੀ ਹੈ। ਕਿਉਂ ਸੰਗਤ ਜੀ, ਇਹ ਵੀ ਕਾਰਨ ਚ, ਇਹਨੂੰ ਬੁਰਾ ਨਾ ਸਮਝਿਓ, ਗਰੀਬ ਬੰਦਾ ਗਰੀਬ ਨੂੰ ਜ਼ਰੂਰ ਵੇਖੇਗਾ ਜੀ। ਹੁਣ ਤੇ ਧੰਨਾ ਜੀ ਵਰਗਾ ਹੈ ਹੀ ਕੋਈ ਨਹੀਂ, ਰੱਬ ਹੀ ਹੋ ਨਿਬੜੇ ਜੀ ਉਹ। ਪਰ ਪਹਿਲੀ ਹਾਲਤ ਦੱਸ ਰਹੇ ਹਾਂ ਜੀ। ਹਾਂਜੀ, ਜੋ ਉਹਨਾਂ ਦੇ ਘਰ ਦਾ ਹਾਲਤ ਸੰਪਰਦਾਇ ਗਿਆਨੀਆਂ ਨੇ ਪੋਥੀਆਂ 'ਚ ਲਿਖਿਆ। ਹਾਂਜੀ, ਹੁਣ ਨਾਮਦੇਵ ਜੀ ਵੀ ਗਰੀਬੀ ਵਿੱਚ ਸਨ ਜੀ, ਪਰ ਨਾਮਦੇਵ ਜੀ ਰੱਬ ਹੀ ਬਣ ਗਏ ਜੀ। ਦੂਜਾ ਕਿਹਦੇ ਬਾਰੇ ਸੁਣਿਆ? ਆਖੋ ਧੰਨ ਭਗਤ ਕਬੀਰ ਸਾਹਿਬ ਜੀ। ਦੂਜਾ ਧੰਨਾ ਜੀ ਨੇ ਭਗਤ ਕਬੀਰ ਸਾਹਿਬ ਜੀ ਬਾਰੇ ਸੁਣਿਆ ਜੀ। ਭਗਤ ਕਬੀਰ ਸਾਹਿਬ ਜੀ ਬਾਰੇ ਕੀ? ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਸਾਰਾ ਬੁਣ ਦੇ ਤਨ ਦੇ ਵੀ ਰਹੇ, ਸੰਸਾਰ ਵਾਲੇ ਪਾਸਿਓਂ ਬਿਰਤੀ ਤਿਆਗ ਕੇ ਕਬੀਰ ਜੀ ਨੇ ਰੱਬ ਦੇ ਚਰਨਾਂ ਨਾਲ ਪ੍ਰੀਤ ਜੋੜ ਲਈ। ਤੇ ਹੁਣ ਚਰਨ ਸਾਨੂੰ ਕੀ ਪਤਾ ਕੀ ਹੁੰਦੇ ਜੇ। ਗੱਜ ਕੇ ਆਖੋ ਵਾਹਿਗੁਰੂ। ਇਹ ਤੇ ਜਿਹੜਾ ਜਪੇਗਾ ਆਪੇ ਹੀ ਚਰਨਾਂ ਦੀ ਸੋਝੀ ਹੋਏਗੀ ਵੀ ਪਰਮੇਸ਼ਰ ਦੇ ਚਰਨ ਕੀ ਹੁੰਦੇ ਨੇ ਜੀ, ਪਰਮੇਸ਼ਰ ਦੇ ਚਰਨ ਕੀ ਹੁੰਦੇ। ਸੁਣਿਆ ਧੰਨਾ ਜੀ ਨੇ ਵੀ ਕਬੀਰ ਜੀ ਦੀ ਪ੍ਰੀਤੀ ਪਰਮੇਸ਼ਰ ਨਾਲ ਲੱਗ ਗਈ। ਕੰਮ ਕਰਦਿਆਂ ਕਰਦਿਆਂ ਉਹਨਾਂ ਦਾ ਧਿਆਨ ਵਾਹਿਗੁਰੂ ਜੀ ਵਿੱਚ ਲੀਨ ਹੋ ਗਿਆ। ਹਾਂਜੀ, ਨੀਚ ਕੁਲਾ ਜੋ ਲਾਹਰਾ ਭਇਓ ਗੁਣੇ ਗਹੀਰਾ। ਗੱਜ ਕੇ ਆਖੋ ਵਾਹਿਗੁਰੂ। ਤੇ ਕੀ ਪਤਾ ਲੱਗਾ ਹੈ? ਦੱਸਣ ਵਾਲੇ ਨੇ ਦੱਸਿਆ ਵੀ ਕੋਈ ਉੱਚੀ ਜਾਤ ਨਹੀਂ ਸੀ, ਪਰ ਕਬੀਰ ਜੀ ਦਾ ਅੱਜ ਲੋਕ ਧੰਨ ਧੰਨ ਉਹਨਾਂ ਨੂੰ ਕਹਿੰਦੇ ਤੇ ਉਹਨਾਂ ਅੱਗੇ ਹੱਥ ਜੋੜਦੇ ਨੇ। ਕਬੀਰ ਜੀ ਵੀ ਸਾਡੇ ਵਰਗੇ ਹੀ ਸਨ ਕਹਿਣ ਲੱਗੇ। ਬੰਦਗੀ ਤਾਂ ਚਲੋ ਉਹਨਾਂ ਦੀ ਵੀ ਪੁਰਾਤਨ ਸੀ, ਪਰ ਧੰਨਾ ਜੀ ਨੇ ਸੁਣਿਆ ਬੜੇ ਧਿਆਨ ਨਾਲ। ਅੱਛਾ, ਕਬੀਰ ਸਾਹਿਬ ਜੀ ਨੇ ਨਾਮ ਜਪਿਆ, ਏਡਾ ਵੱਡਾ ਪ੍ਰਤਾਪ ਵੱਧ ਗਿਆ ਉਹਨਾਂ ਦਾ। ਹਾਂਜੀ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਹਾਂਜੀ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਹੁਣ ਸੁਣਨ ਤੇ ਆਪਾਂ ਵੀ ਦਏ ਹਾਂ ਜੀ। ਗੱਜ ਕੇ ਆਖੋ ਵਾਹਿਗੁਰੂ।
ਸੁਣਨ ਤੇ ਆਪਾਂ ਦੇ ਆ ਔਰ ਗੁਰੂ ਕੀ ਬਾਣੀ ਸੁਣ ਰਹੇ ਆ, ਪਰ ਸਾਧ ਸੰਗਤ ਜੀ ਜਿਹਦੇ ਭਾਗ ਜਾਗ ਜਾਣ ਸੁਣਿਆ ਹੋਇਆ ਉਸੇ ਵੇਲੇ ਹੀ ਅਸਰ ਕਰ ਜਾਂਦਾ ਜੀ, ਉਸੇ ਵੇਲੇ ਹੀ ਅਸਰ ਕਰ ਜਾਂਦਾ। ਦੱਸਣ ਵਾਲੇ ਨੇ ਦੱਸਿਆ ਭਗਤ ਜੀ ਮਾਫ ਕਰਿਓ ਮੈਂ ਕਹਿ ਰਿਹਾ, ਪਰ ਲੋਕ ਇਹ ਤਾਂ ਗੱਲਾਂ ਕਰਦੇ ਜੀ। ਉਹ ਕਹਿਣ ਲੱਗੇ ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਉਹ ਪਸ਼ੂ ਢੋਣ ਵਾਲੇ ਰਵਿਦਾਸ ਜੀ ਨੇ ਵਾਹਿਗੁਰੂ ਦਾ ਨਾਮ ਜਪਿਆ ਕਹਿਣ ਲੱਗੇ। ਹਾਂਜੀ, ਧੰਨਾ ਦੀ ਸੋਚਣ ਵੀ ਹੈ, ਇੱਕ ਕੱਪੜੇ ਸੀਣ ਵਾਲੇ ਧੋਣ ਵਾਲੇ, ਇੱਕ ਕੱਪੜੇ ਬਣਾਉਣ ਵਾਲੇ ਤੇ ਇੱਕ ਪਸ਼ੂ ਢੋਣ ਵਾਲੇ ਨਾਮ ਜਪ ਕੇ ਏਡੇ ਵੱਡੇ ਬਣ ਸਕਦੇ, ਤੇ ਮੈਨੂੰ ਕੀ ਹੋਇਆ? ਗੱਜ ਕੇ ਆਖੋ ਵਾਹਿਗੁਰੂ। ਗੱਲ ਤੇ ਸਮਝਾਉਣ ਦੀ ਹੈ ਜੀ, ਤੇ ਉਹਨਾਂ ਨੂੰ ਸਮਝ ਆ ਗਈ ਜੀ, ਸਮਝ ਆ ਗਈ। ਧੰਨਾ ਜੀ ਨੂੰ ਫਿਰ ਪਤਾ ਲੱਗਾ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮੈਂ। ਹੁਣ ਮਾਇਆ ਤਿਆਗੀ ਕੀ ਹੈ ਜੀ? ਸੱਚੀ ਗੱਲ ਤੇ ਜਿੰਨਾ ਚਿਰ ਤੱਕ ਅਸੀਂ ਤਿਆਗਦੇ ਨਹੀਂ ਸਾਨੂੰ ਨਹੀਂ ਤੇ ਪਤਾ ਵੀ ਕੀ ਤਿਆਗੀ ਹੈ। ਨਵੀਆਂ ਗੱਲਾਂ ਹੀ ਨੇ, ਇਹੋ ਜਿਹਾ ਬਚਨ ਕਰਨ ਦਾ ਵੀ ਲਾਭ ਕੋਈ ਨਹੀਂ ਹੈਗਾ ਜੇ ਅਸੀਂ ਤਿਆਗੀ ਨਹੀਂ ਹੈਗੀ ਜੀ। ਰਵਿਦਾਸ ਜੀ ਨੇ ਮਾਇਆ ਤਿਆਗਤੀ, ਅੰਦਰ ਦੀ ਮਾਇਆ ਬਾਹਰ ਦੀ ਮਾਇਆ, ਰਵਿਦਾਸ ਜੀ ਨੇ ਮਾਇਆ ਤਿਆਗਤੀ। ਵੇਖੋ ਪਸ਼ੂ ਢੋਣ ਵਾਲੇ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਤੇ ਵੇਖੋ ਸਾਧ ਸੰਗਤ ਕੀਤੀ ਤੇ ਦੁਨੀਆ 'ਚ ਕਿਵੇਂ ਪ੍ਰਗਟ ਹੋਏ ਪਏ ਜੇ, ਦੁਨੀਆ ਵਿੱਚ ਕਿਵੇਂ ਜਸ ਹੋ ਰਿਹਾ ਰਵਿਦਾਸ ਜੀ ਦਾ। ਲੋਕ ਉਹਨਾਂ ਅੱਗੇ ਝੁਕਦੇ ਨੇ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਉਹਨਾਂ ਨੂੰ ਪਰਮੇਸ਼ਰ ਦੇ ਦਰਸ਼ਨ ਹੋ ਗਏ ਨੇ। ਹਾਂਜੀ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਤੇ ਰਵਿਦਾਸ ਸਾਹਿਬ ਬਾਰੇ ਸੁਣਿਆ ਜੀ, ਪਸ਼ੂ ਢੋਣ ਵਾਲੇ, ਬਾਅਦ ਚੋਂ ਗੱਲ ਕੀਤੀ ਨਾਈ ਬਰਾਦਰੀ ਦੀ ਜੀ। ਵੇਖੋ ਸੰਗਤ ਜੀ, ਇਹ ਤੇ ਦੁਨੀਆ ਨੇ ਬਣਾਈ ਵੀ ਕਿੱਡੇ ਉੱਚੇ ਹੋ ਗਏ ਜੀ ਸੈਣ ਜੀ। ਬੰਦਾ ਕਦੀ ਵੀ ਜਾਤ ਬਰਾਦਰੀ ਕਰਕੇ ਉੱਚਾ ਨਹੀਂ ਚਾਹੁੰਦਾ, ਉੱਚਾ ਰੱਬ ਦੇ ਨਾਮ ਕਰਕੇ ਹੀ ਹੁੰਦਾ ਜੇ, ਉੱਚਾ ਰੱਬ ਦੇ ਨਾਮ ਨਹੀਂ ਕਰਨਾ। ਪਤਾ ਲੱਗਾ ਸੈਣ ਜੀ ਬਾਰੇ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਭਗਤ ਧੰਨਾ ਜੀ ਨੂੰ ਕਹਿਣ ਲੱਗਾ ਧੰਨਾ ਜੀ ਤੁਸੀਂ ਇੱਥੇ ਏਡੀਆਂ ਮਿਹਨਤਾਂ ਕਰਨ ਦੇ ਜੇ ਰੱਬ ਦਾ ਨਾਮ ਜਪੋ। ਹਾਂ ਕਹਿਣ ਲੱਗੇ ਰੱਬ ਦਾ ਨਾਮ ਜਪੋ। ਵੇਖੋ ਸੈਣ ਜੀ ਨੇ ਨਾਮ ਜਪਿਆ, ਕਿਵੇਂ ਘਰ ਘਰ ਵਿੱਚ ਜਾਣੇ ਜਾ ਰਹੇ ਨੇ, ਕਿਵੇਂ ਘਰ ਘਰ ਵਿੱਚ। ਤੇ ਹੋਇਆ ਕੀ ਸੀ? ਸੈਣ ਨਾਈ ਜੀ ਕਰਦੇ ਕੀ ਸਨ? ਸਾਧ ਸੰਗਤ ਜੀ ਰਾਜੇ ਦੇ ਪੈਰ ਕੁੱਟਣੇ, ਬਾਹਰ ਦਾ ਕੰਮ ਇਹੋ ਹੀ, ਰਾਜੇ ਦਾ ਮਾਲਸ਼ ਕਰਨੀ। ਤੇ ਮਹਾਰਾਜ ਨੇ ਬਾਣੀ 'ਚ ਲਿਖਿਆ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ। ਸੰਤ ਆ ਗਏ, ਉਹਨਾਂ ਕਿਹਾ ਵੀ ਭਾਈ ਤੇਰੇ ਘਰ ਕੀਰਤਨ ਕਰਨਾ। ਕੀਰਤਨ ਕਰਨ ਲੱਗ ਪਏ। ਸੰਗਤ ਜੀ ਕੀਰਤਨ ਵਿੱਚ ਧਿਆਨ ਲੱਗ ਗਿਆ ਤੇ ਰਾਜੇ ਵੱਲ ਜਾਣ ਦਾ ਚੇਤਾ ਹੀ ਭੁੱਲ ਗਿਆ ਜੀ। ਭਗਤ ਸੈਣ ਜੀ ਦੀ ਗੱਲ ਜੀ, ਰਾਜੇ ਵੱਲ ਜਾਣ ਦਾ ਚੇਤਾ ਹੀ ਭੁੱਲ ਗਿਆ। ਤੇ ਉਧਰ ਦੱਸਦੇ ਨੇ ਦਿਨ ਚੜ੍ਹਿਆ ਤੇ ਕੀਰਤਨ ਸਮਾਪਤ ਹੋਇਆ, ਅੱਖਾਂ ਖੁੱਲੀਆਂ, ਉਹ ਮੈਂ ਤੇ ਰਾਤੀ ਰਾਜੇ ਦੇ ਮਾਲਸ਼ ਕਰਨ ਜਾਣੀ ਸੀ, ਰਾਜੇ ਦੇ ਸਿਰ ਮੁੱਠੀ ਚਾਪੀ ਕਰਨ ਜਾਣੀ ਸੀ। ਹੁਣ ਕੀ ਬਣੇਗਾ? ਆਏ ਭਗਤ ਜੀ ਤੇ ਡਰਦੇ ਡਰਦੇ ਆਏ ਜੀ। ਪਰ ਸਾਧ ਸੰਗਤ ਜੀ ਹੋਇਆ ਕੀ? ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਰਾਜੇ ਨੇ ਵੇਖਿਆ, ਦੂਰੋਂ ਵੇਖਿਆ ਸੈਣ ਜੀ ਨੂੰ ਤੇ ਹੱਥ ਜੋੜੇ ਜੀ। ਹੱਥ ਜੋੜ ਕੇ ਨਾ ਜੀ ਕਹਿੰਦੇ ਸਾਡੀ ਵਧੀਆ ਪੁਸ਼ਾਕ ਲੈ ਕੇ ਆਓ। ਵਧੀਆ ਪੁਸ਼ਾਕ ਕੀਮਤੀ ਲਿਆਂਦੀ ਤੇ ਭਗਤ ਸੈਣ ਜੀ ਦੇ ਗਲ ਵਿੱਚ ਪਵਾ ਕੇ ਕਹਿਣ ਲੱਗੇ ਹੁਣ ਰਾਜਾ ਤੂੰ ਬਣ, ਮੈਂ ਤੇਰਾ ਦਾਸ ਬਣਾਂਗਾ। ਕਹਿਣ ਲੱਗੇ ਭਗਤ ਜੀ ਨੂੰ ਕਹਿਣ ਲੱਗੇ ਕਿਉਂ? ਕਹਿਣ ਲੱਗੇ ਪਤਾ ਨਹੀਂ ਕੱਲ ਰਾਤ ਜਿਹੜਾ ਤੂੰ ਮੇਰੀ ਮੁੱਠੀ ਚਾਪੀ ਕਰਕੇ ਗਿਆ, ਮੇਰਾ ਜਿਹੜਾ ਪਹਿਲਾ ਰੋਗ ਸੀ ਸਾਰਾ ਹੀ ਦੂਰ ਹੋ ਗਿਆ ਤੇ ਮੈਂ 9/9 ਹੋ ਗਿਆ। ਮਾਫ ਕਰਿਓ, ਇਹਨਾਂ ਨੂੰ ਰਾਜੇ ਵੀ ਕਹਿੰਦੇ ਜੀ। ਕਿਉਂ ਜੀ? ਇਸ ਕਰਕੇ। ਗੱਜ ਕੇ ਆਖੋ ਵਾਹਿਗੁਰੂ। ਰਾਜਾ ਕਹਿਣ ਲੱਗਾ ਸੈਣ ਜੀ ਹੁਣ ਤੁਸੀਂ ਰਾਜ ਗੱਦੀ ਤੇ ਬੈਠੋ, ਮੈਂ ਥੱਲੇ ਬਹਿ ਕੇ ਸੇਵਾ ਕਰਾਂਗਾ। ਕਹਿਣ ਲੱਗੀ ਕਿਉਂ? ਪ੍ਰਥਮੈ ਸੁਖ ਨਰੋਗੀ ਕਾਇਆ, ਮੇਰਾ ਸਰੀਰ ਰਾਜੀ ਹੋ ਗਿਆ, ਮੈਨੂੰ ਕੀ ਚਾਹੀਦਾ? ਭਗਤ ਜੀ ਵੇਖਣ ਹੁਣ ਉਹ ਤੇ ਕਹਿਣ ਵੀ ਮੈਂ ਤੇ ਆਇਆ ਹੀ ਨਹੀਂ। ਕਹਿਣ ਲੱਗੇ ਐਵੇਂ ਇਹ ਤੁਹਾਡਾ ਵੱਡਪਣ ਹੈ ਵੀ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਆਇਆ, ਪਰ ਰਾਤੀ ਜਿਹੜੀ ਤੁਸੀਂ ਮਾਲਸ਼ ਕੀਤੀ, ਮੁੱਠੀ ਚਾਪੀ ਕੀਤੀ, ਮੇਰੇ ਦੁੱਖ ਹੀ ਦੂਰ ਹੋ ਗਏ। ਰਾਤੀ ਭਗਤ ਜੀ ਤੇ ਬੈਠੇ ਸਨ ਇੱਕ ਬੰਨੇ ਕੀਰਤਨ ਵਿੱਚ, ਤੇ ਰੱਬ ਜੀ ਜਾ ਕੇ ਫਿਰ ਮਾਲਸ਼ ਕਰ ਰਹੇ। ਗੱਜ ਕੇ ਆਖੋ ਵਾਹਿਗੁਰੂ। ਰੱਬ ਭਗਤਾਂ ਦਾ ਰੂਪ ਧਾਰ ਲੈਂਦਾ ਜੀ। ਵਾਹਿਗੁਰੂ ਜੀ ਭਗਤਾਂ ਦਾ ਰੂਪ ਧਾਰ ਲੈਂਦੇ ਨੇ। ਪੁਰਾਤਨ ਗ੍ਰੰਥਕਾਰ ਸਾਖੀਆਂ ਵਿੱਚ ਇਹ ਗੱਲ ਲਿਖੀ ਹੈ, ਜੋ ਉੱਥੋਂ ਦਾ ਇਤਿਹਾਸ ਮਿਤਿਹਾਸ ਜੋ ਉਹਨਾਂ ਲਿਖਿਆ, ਇਹ ਵੀ ਦੱਸਿਆ ਵੀ ਭਗਤ ਜੀ ਦੇ ਖੂਹ ਤੇ ਆ ਕੇ ਫਿਰ ਰੱਬ ਜੀ ਨੇ ਵੀ ਕੰਮ ਕੀਤਾ ਜੀ, ਭਗਤ ਧੰਨਾ ਜੀ ਦੇ। ਹਾਂਜੀ, ਉਹ ਜਿਹੜੀ ਬੰਜਰ ਵੀ ਜ਼ਮੀਨ ਵਾਹੀ ਨਹੀਂ ਨਾ ਜਾਂਦੀ, ਫਿਰ ਪਰਮੇਸ਼ਰ ਨੇ ਆ ਕੇ ਸਾਰਾ ਕਾਰਜ ਕੀਤਾ ਜੀ।
ਤੇ ਸੈਣ ਜੀ ਕਹਿਣ ਲੱਗੇ ਨਹੀਂ, ਮੈਂ ਰੱਬ ਦੇ ਗੁਣ ਗਾਉਣ ਵਾਲਾ ਹੀ ਆ, ਇੱਕ ਪਾਸੇ ਹੀ ਰਵਾਂਗਾ, ਰਾਜੇ ਤੁਸੀਂ ਬਣੋ। ਦੱਸਦੇ ਵੀ ਉਸ ਧਰਤੀ ਨਾ ਜੀ ਅੱਜ ਵੀ ਮਰਿਆਦਾ ਹੈਗੀ ਹੈ। ਜਦੋਂ ਕੋਈ ਰਾਜਾ ਉੱਥੋਂ ਦਾ ਗੱਦੀ ਤੇ ਬਹਿੰਦਾ ਸੀ, ਭਗਤ ਸੈਣ ਜੀ ਦੇ ਪਰਿਵਾਰ ਦੇ ਬੰਦੇ ਨੂੰ ਸੱਦ ਕੇ ਉਹਦੇ ਅੱਗੇ ਮੱਥਾ ਟੇਕਦਾ ਸੀ ਉਹ ਬੰਦਾ। ਹਾਂਜੀ, ਉਹਨਾਂ ਨੂੰ ਗੁਰੂਆਂ ਦੀ ਤਰ੍ਹਾਂ ਮੰਨਣ ਲੱਗ ਪਿਆ ਜੀ ਰਾਜੇ ਦਾ ਪਰਿਵਾਰ ਗਾਂ। ਭਗਤ ਜੀ ਦੇ ਪਰਿਵਾਰ ਨੂੰ ਗੱਜ ਕੇ ਆਖੋ ਵਾਹਿਗੁਰੂ, ਫੇਰ ਆਖੋ ਜੀ, ਫੇਰ ਆਖੋ ਜੀ। ਮੁੱਠੀ ਚਾਪੀ ਕਰਨ ਵਾਲੇ ਸੈਣ ਜੀ, ਹਾਂਜੀ ਭਗਤ ਧੰਨਾ ਜੀ ਸੁਣ ਰਹੇ, ਬੜੇ ਧਿਆਨ ਨਾਲ ਸੁਣ ਰਹੇ ਜੀ। ਹੈ ਮੁੱਠੀ ਚਾਪੀ ਕਰਨ ਵਾਲੇ ਸੈਣ ਜੀ ਕਿਵੇਂ ਕਹਿਣ ਲੱਗੇ, ਘਰ ਘਰ ਸੁਣਿਆ, ਘਰ ਘਰ ਵਿੱਚ ਉਹਨਾਂ ਦਾ ਜਸ ਹੋਣ ਲੱਗ ਪਿਆ। ਹਾਂਜੀ, ਹਿਰਦੈ ਵਸਿਆ ਪਾਰ ਬ੍ਰਹਮ, ਭਗਤਾ ਮਹਿ ਗਣਿਆ। ਆਹ ਗੱਲ ਵੱਲ ਵੀ ਸੰਗਤ ਜੀ ਆਪਾਂ ਧਿਆਨ ਦੇਣਾ, ਗੱਜ ਕੇ ਆਖੋ ਵਾਹਿਗੁਰੂ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਜਦੋਂ ਹਿਰਦੇ 'ਚ ਵਾਹਿਗੁਰੂ ਜੀ ਵਸ ਗਏ, ਫਿਰ ਬੰਦਾ ਭਗਤਾਂ ਵਿੱਚ ਗਿਣਿਆ ਜਾਂਦਾ ਜੀ, ਉਹਨਾਂ ਚਿਰ ਨਹੀਂ। ਹਾਂਜੀ, ਭਗਤ ਸੈਣ ਜੀ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਵਸ ਗਏ, ਤੇ ਧੰਨਾ ਜੀ ਵੇਖੋ ਕਿਵੇਂ ਉਹ ਭਗਤਾਂ ਵਿੱਚ ਗਿਣੇ ਗਏ। ਕਹਿਣ ਲੱਗੇ ਸਾਰਿਆਂ ਬਾਰੇ ਸੁਣੇ, ਦੱਸਿਆ, ਗੱਜ ਕੇ ਆਖੋ ਵਾਹਿਗੁਰੂ। 4 ਭਗਤਾਂ ਦਾ ਜ਼ਿਕਰ ਕੀਤਾ ਤੇ ਚਾਰੋਂ ਹੀ ਸੰਗਤ ਜੀ ਮਾਇਆ ਕਰਕੇ ਗਰੀਬ ਸਨ ਜੀ। ਮਾਇਆ ਕਰਕੇ ਵੇਖੋ ਸ਼ਬਦ ਵਰਤਨੇ ਆ, ਸੱਚੀ ਗੱਲ ਉਹਨਾਂ ਦੇ ਅਸੀਂ ਚਰਨਾਂ ਦੇ ਪਾਸ਼ਕੂ ਨਹੀਂ ਹੈਗੇ, ਉਹ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਜੀ, ਪਰ ਚਾਰੇ ਗਰੀਬ ਮਹਾਂਪੁਰਸ਼। ਭਗਤ ਨਾਮਦੇਵ ਜੀ ਆਡ ਦਾਮ, ਭਗਤ ਕਬੀਰ ਜੀ ਜੁਲਾਹੇ ਤੇ ਬੁਣਨਾ ਤਨਨਾ, ਤੇ ਸਾਧ ਸੰਗਤ ਜੀ ਭਗਤ ਰਵਿਦਾਸ ਸਾਹਿਬ ਮਰੇ ਹੋਏ ਪਸ਼ੂਆਂ ਨੂੰ ਢੋਣਾ, ਤੇ ਸੈਣ ਨਾਈ ਦੀ ਮਾਲਸ਼ ਕਰਨੀ। ਕਹਿਣ ਲੱਗੇ ਵੇਖੋ ਕਿੱਡੀ ਕਿੱਡੀ ਵੱਡੀ ਪਦਵੀ। ਭਗਤ ਧੰਨਾ ਜੀ ਨੇ ਜਦੋਂ ਸੁਣਿਆ ਤੇ ਕੀ ਕੀਤਾ ਜੀ ਉਹਨਾਂ ਨੇ। ਹਾਂਜੀ, ਇਹ ਬਿਦ ਸੁਣ ਕੇ ਜਾਟਰੋ, ਉਠ ਭਗਤੀ ਲਾਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਣਿਆ ਤੇ ਅਸੀਂ ਵੀ ਐ, ਪਰ ਉਦੋਂ ਜ਼ਰੂਰਤ ਸੀ ਜੀ ਉਹਨਾਂ ਨੂੰ। ਬਾਕੀ ਸੁਣ ਸੁਣ ਕੇ ਉਹ ਪਿਛਲੀ ਕਮਾਈ ਸਾਰੀ ਅੱਗੇ ਆ ਗਈ ਜੀ, ਇੱਕਦਮ ਸਾਰੀ ਕਮਾਈ ਅੱਗੇ ਆ ਗਈ। ਸੁਣਿਆ ਵਾਹਿਗੁਰੂ ਜੀ ਦਾ ਏਡਾ ਵੱਡਾ ਪ੍ਰਤਾਪ, ਨਾਮ ਦਾ ਇੰਨਾ ਵੱਡਾ ਪ੍ਰਤਾਪ, ਸਾਰੇ ਕੰਮ ਛੱਡੋ, ਹੁਣ ਪਹਿਲਾਂ ਭਗਤੀ ਕਰੋ। ਕਹਿਣ ਲੱਗੇ ਇਹ ਬਿਦ ਸੁਣ ਕੇ ਜਾਟ ਰੋ, ਜੱਟ ਜ਼ਮੀਂਦਾਰ, ਹਾਂਜੀ ਉੱਠ ਭਗਤੀ ਲਾਗਾ, ਸਾਰੇ ਕੰਮ ਛੱਡ ਤੇ ਕਹਿਣ ਲੱਗੇ ਅੱਜ ਤੋਂ ਮੈਂ ਵੀ ਬੈਠਾ ਭਗਤੀ ਕਰਨ। ਕਹਿਣ ਲੱਗੇ ਮੈਂ ਵੀ ਭਗਤੀ ਕਰਨ, ਤੇ ਆਪਾਂ ਵੀ ਥੋੜੀ ਜਿਹੀ ਕਰੀਏ ਜੀ। ਗੱਜ ਕੇ ਆਖੋ ਵਾਹਿਗੁਰੂ, 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 ਵਾਹਿਗੁਰੂ। ਸੰਗਤ ਜੀ ਮੁਖ ਤੋਂ ਜਪਣ ਵਾਲੇ ਨੂੰ ਘਾਟ ਕੋਈ ਨਹੀਂ ਚ ਰਹਿੰਦੀ। ਜੇ ਬੰਦਾ ਮੁਖ ਤੋਂ ਹੀ ਜਪੀ ਜਾਏ, ਕੁਝ ਸਮੇਂ ਵਾਸਤੇ ਹੀ ਜਪੀ ਜਾਏ ਨਾ ਜੀ, ਜੀਭ ਤੋਂ ਵਾਹਿਗੁਰੂ ਵਾਹਿਗੁਰੂ ਕਹਿਣ ਵਾਲੇ ਨੂੰ ਕੋਈ ਘਾਟ ਨਹੀਂ ਰਹਿੰਦੀ। ਵਾਹਿਗੁਰੂ ਜੀ ਨਾ ਕੋਈ ਕੰਮ ਹੀ ਅੜਨ ਦਿੰਦੇ ਚ, ਤੇ ਨਾ ਹੀ ਕਿਸੇ ਪ੍ਰਕਾਰ ਦੀ ਵਸਤੂ ਦੀ ਕਮੀ ਆਉਣ ਦਿੰਦੇ ਚ। ਤੇ ਸੰਗਤ ਜੀ ਜਦੋਂ ਹਿਰਦੇ ਤੋਂ ਜਪਦੇ ਹੋਣਗੇ ਕੀ ਬਣਦਾ ਹੋਏਗਾ ਜੀ। ਹਾਂਜੀ, ਆਪਾਂ ਤਾਂ ਜੇ ਜੀਭ ਵਾਲੇ ਆ, ਹੋ ਸਕਦਾ ਸੰਗਤ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਬੜੀ ਉੱਚੀ ਅਵਸਥਾ ਵਾਲੇ ਵੀ ਬੈਠੇ ਹੋਣਗੇ, ਪਰ ਆਪਾਂ ਮੈਂ ਆਪ ਦੇ ਲੈਵਲ ਦੀ ਗੱਲ ਕਰਾਂ ਜੀ, ਇੱਥੇ ਤੇ ਜੀਭ ਤੋਂ ਜਪਣ ਵਾਲਿਆਂ ਨੂੰ ਘਾਟਾਂ ਨਹੀਂ ਹੈਗੀਆਂ। ਆਪਾਂ ਵੀ ਭਗਤੀ ਕਰੀਏ ਸਾਰੇ। ਵਾਹਿਗੁਰੂ, 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 ਵਾਹਿਗੁਰੂ। ਪਹਿਲਾਂ ਬਾਰੇ ਸੁਣਿਆ ਜੀ। ਹਾਂਜੀ, ਫਿਰ ਬੇਨਤੀ ਕਰਾਂ, ਧਰਮ ਦੀ ਲਾਈਨ 'ਚ ਸੁਣਨਾ ਬਹੁਤ ਜ਼ਰੂਰੀ ਹੈ। ਸੁਣਨ ਵਾਲਾ ਬੜੀ ਪ੍ਰਾਪਤੀ ਕਰਦਾ, ਜਿਹੜਾ ਸੁਣਦਾ ਨਹੀਂ ਨਾ ਉਹਦੀ ਤਰੱਕੀ ਮੁਸ਼ਕਲ ਹੈ ਜੀ। ਹਾਂਜੀ, ਸੁਣਨਾ ਬਹੁਤ ਜ਼ਰੂਰੀ ਹੈ। ਭਗਤ ਜੀ ਨੇ ਸੁਣਿਆ, ਇਹ ਬਿਦ ਸੁਣ ਕੇ ਜਾਟ ਰੋ, ਉਠ ਭਗਤੀ ਲਾਗਾ। ਉੱਠ ਕੇ ਭਗਤੀ ਕਰਨ ਲੱਗ ਪਏ। ਹੋਇਆ ਕੀ, ਮਿਲੈ ਪ੍ਰਤੱਖ ਗੁਸਾਈਆਂ, ਧੰਨਾ ਵੱਡ ਭਾਗਾ। ਗੱਜ ਕੇ ਆਖੋ ਵਾਹਿਗੁਰੂ। ਸੁਣਦਿਆਂ ਸੁਣਦਿਆਂ ਭਾਗ ਜਾਗਦੇ ਨੇ, ਬੰਦਗੀ ਕਰਦਿਆਂ ਕਰਦਿਆਂ ਭਾਗ ਵੱਡੇ ਬਣ ਜਾਂਦੇ ਜੀ। ਸੁਣਦਿਆਂ ਸੁਣਦਿਆਂ ਜਾਗਦੇ ਚ
ਸੁਣਦੇ ਰਹੇ ਹੋਇਆ ਕੀ ਅੱਗੋਂ ਸੁਣੋ। ਹਾਂਜੀ ਮਿਲੇ ਮਿਲੈ ਪ੍ਰਤੱਖ ਗੋਸਾਈਆਂ ਧੰਨਾ ਵੱਡ ਭਾਗਾ। ਤੇ ਧੰਨਾ ਜੀ ਨੂੰ ਪ੍ਰਤੱਖ ਵਾਹਿਗੁਰੂ ਜੀ ਨੇ ਦਰਸ਼ਨ ਦਿੱਤੇ ਜੀ। ਗੱਜ ਕੇ ਆਖੋ ਵਾਹਿਗੁਰੂ। ਸਰਗੁਣ ਨਿਰਗੁਣ ਨਿਰੰਕਾਰ ਦੋਵੇਂ ਰੂਪ ਨੇ ਜੀ ਪਰਮੇਸ਼ਰ ਦੇ। ਨਿਰਗੁਣ ਆਪ ਸਰਗੁਣ ਭੀ ਉਹੀ। ਹੁਣ ਇਹ ਵਾਹਿਗੁਰੂ ਜੀ ਜਾਣਦੇ ਵੀ ਕਿਸ ਰੂਪ ਦੇ ਦਰਸ਼ਨ ਹੋਏ ਜੀ। ਚਲੋ ਸਾਖੀਕਾਰਾਂ ਸਰਗੁਣ ਦੇ ਵੀ ਗੱਲ ਕੀਤੀ ਵੀ ਪਰਮੇਸ਼ਰ ਜੀ ਆ ਗਏ ਜੀ। ਫਿਰ ਸਿੱਧੇ ਸਾਹ ਭੋਲੇ ਭਾਅ ਨਾਲ ਭਗਤ ਜੀ ਸ਼ੁਰੂ ਹੋਏ ਤੇ ਪਰਮੇਸ਼ਰ ਜੀ ਆਏ ਤੇ ਉਹਨਾਂ ਕੰਮ ਵੀ ਕੀਤੇ ਤੇ ਵੱਡੀ ਅਵਸਥਾ ਵੀ ਮਿਲੀ ਜੀ ਉਹਨਾਂ ਨੂੰ। ਹਾਂਜੀ ਇਹ ਤੋਂ ਵੱਡੀ ਗੱਲ ਹੀ ਕੀ ਹੋ ਸਕਦੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ। ਇਹਦੇ ਤੋਂ ਵੱਡੀ ਅਵਸਥਾ ਸ਼ਾਇਦ ਹੀ ਦੁਨੀਆ ਤੇ ਕੋਈ ਹੋਏ ਜੀ। ਰੱਬ ਹੀ ਬਣ ਗਏ ਜੀ ਭਗਤ ਧੰਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਬੇਨਤੀ ਕਰਾਂ ਇੰਨਾ ਨਾਮ ਜਪਿਆ ਇੰਨਾ ਨਾਮ ਜਪਿਆ ਇੰਨਾ ਨਾਮ ਜਪਿਆ ਭਗਤ ਧੰਨਾ ਜੀ ਰੱਬ ਬਣ ਗਏ ਜੀ। ਰੱਬ ਵਿੱਚ ਤੇ ਉਹਨਾਂ ਵਿੱਚ ਕੋਈ ਭੇਦਭਾਵ ਨਹੀਂ ਰਿਹਾ। ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਗੁਸਾਈ ਪ੍ਰਤੱਖ ਹੋਏ ਆਇਆ। ਜਦੋਂ ਆਖਿਆ ਸੀ ਨਾ ਇੱਕ, ਚਲੋ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਚਾਹੇ ਰੋਟੀ ਅੱਗੇ ਰੱਖ ਕੇ ਲੱਸੀ ਤੇ ਰੋਟੀ ਰੱਖ ਕੇ ਕਹਿਣ ਲੱਗੇ ਵੀ ਮੈਂ ਜੱਟ ਜ਼ਮੀਂਦਾਰ ਸਾਡੇ ਘਰ ਇਹੋ ਹੀ ਹੈ। ਤੇ ਠਾਕਰ ਚਲੋ ਇਹ ਆਮ ਤੌਰ ਤੇ ਦੱਸਦੇ ਜੀ। ਗੁਰਬਾਣੀ ਨੇ ਤਾਂ ਜੋ ਦੱਸਿਆ ਉਹ ਮੈਂ ਬੇਨਤੀ ਕਰਤੀ ਹੈ। ਦੱਸਦੇ ਵੀ ਠਾਕੁਰ ਮੈਂ ਆ ਜੱਟ ਜ਼ਮੀਂਦਾਰ ਤੇ ਸਾਡੇ ਘਰ ਤੇ ਇਹੋ ਕੁਛ ਹੀ ਹੈਗਾ ਹੀ ਕਹਿਣ ਲੱਗੇ। ਉੱਥੇ ਤੂੰ ਬਹੁਤ ਕੁਝ ਖਾਣਾ ਹਾਂ ਏਦਾਂ ਹੀ ਆਖਿਆ ਜੀ। ਉੱਥੇ ਤੇ ਬਹੁਤ ਕੁਝ ਮਿਲਦਾ ਸੀ ਤੇ ਇੱਥੇ ਹਾਂਜੀ। ਤੇ ਸੰਗਤ ਜੀ ਫਿਰ ਪ੍ਰਤੱਖ ਪਰਮੇਸ਼ਰ ਜੀ ਆਏ। ਪਰ ਇਹਦੇ ਤੋਂ ਵੱਡ ਪ੍ਰਤੱਖ ਕੀ ਹੋਏਗਾ। ਮੁੱਖੋਂ ਬਾਣੀ ਵਿਚਾਰਤੀ ਉਹਨਾਂ ਨੇ। ਬਾਣੀ ਆ ਗਈ ਉਹਨਾਂ ਦੇ ਮੁਖ ਤੇ 600 ਸਾਲ ਪਹਿਲਾਂ ਆਈ। ਅੱਜ ਤੱਕ ਲੋਕ ਸੁਣ ਰਹੇ ਜੀ। ਗੱਜ ਕੇ ਆਖੋ ਵਾਹਿਗੁਰੂ। ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਪਰ ਪਹਿਲਾਂ ਕੀ ਕਰਨਾ ਪਏਗਾ। ਉੱਠ ਭਗਤੀ ਲਾਗਾ। ਭਗਤੀ ਕਰਨੀ ਪਏਗੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਅੱਗੇ ਅਰਦਾਸ ਤਰਲਾ ਮਿਹਨਤ ਕਰਨਾ। ਮਹਾਰਾਜ ਸੁਣਿਆ ਤੇ ਧੰਨਾ ਜੀ ਨੇ ਵੀ ਤੇ ਸੁਣਿਆ ਹੀ ਵੀ ਲਈ ਤੁਹਾਡੀ ਬਾਣੀ। ਹਾਂਜੀ ਪਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ। ਸੁਣ ਕੇ ਐਸਾ ਅਸਰ ਹੋਵੇ ਸਾਡਾ ਬੰਦਗੀ ਕਰਨ ਨੂੰ ਜੀ ਕਰੇ ਜੀ ਕਰੇ। ਜਿਹੜੇ ਕਰਦੇ ਬੜੇ ਸੁੱਖ ਮਿਲਦੇ। ਹੁਣ ਅੱਗੋਂ ਸੁਣੋ ਜੀ। ਇੱਕ ਸ਼ਬਦ ਹੋਰ ਹੈ 5 ਕੁ ਪੰਕਤੀਆਂ ਦਾ। ਭਗਤ ਜੀ ਨੇ ਇੰਨਾ ਨਾਮ ਜਪਿਆ ਪ੍ਰਤੱਖ ਵਾਹਿਗੁਰੂ ਜੀ ਜਿੱਥੇ ਮਿਲੇ ਫਿਰ ਉਹਨਾਂ ਬਾਣੀ ਉਚਾਰੀ ਜੀ। ਉਹਨਾਂ ਦੀ ਬਾਣੀ ਦਾ ਇੱਕ ਹੋਰ ਸ਼ਬਦ ਸੁਣੋ। ਹਾਂਜੀ ਰੇ ਚੇਤ ਸਕੀਨਾ ਦਇਆਲ ਦਮੋਦਰ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਭਗਤ ਜੀ ਨੂੰ ਬਹੁਤ ਸੁੱਖ ਮਿਲਿਆ। ਕਿਉਂ ਉਹਦਾ ਰੂਪ ਹੀ ਹੋ ਗਏ ਜੀ। ਫਿਰ ਉਹਨਾਂ ਸਾਨੂੰ ਸਿੱਖਿਆ ਦਿੱਤੀ। ਆਖੋ ਧੰਨ ਭਗਤ ਧੰਨਾ ਸਾਹਿਬ ਜੀ। ਧੰਨ ਭਗਤ ਧੰਨਾ ਸਾਹਿਬ ਜੀ। ਫਿਰ ਉਹਨਾਂ ਸਾਨੂੰ ਸਿੱਖਿਆ ਦਿੱਤੀ। ਰੇ ਚੇਤਸ ਕੀ ਨਾ ਦਿਆਲ ਦਮੋਦਰ। ਚਿੱਤ ਦਾ ਅਰਥ ਹੈ ਵੈਸੇ ਸਾਧ ਸੰਗਤ ਦੀ ਅੰਦਰ ਦਾ ਹਿਰਦਾ। ਪਰ ਸਮਝਾਉਣ ਸਾਨੂੰ ਦਏ ਜੀ। ਕਹਿਣ ਲੱਗੇ ਹੇ ਭਾਈ ਮੈਨੂੰ ਬੜਾ ਸੁੱਖ ਮਿਲਿਆ ਤੁਸੀਂ ਵੀ ਨਾਮ ਜਪਿਆ ਕਰੋ। ਕਹਿਣ ਲੱਗੇ ਕਿਉਂ ਨਹੀਂ ਚੇਤੇ ਕਰਦੇ ਉਸ ਦਮੋਦਰ ਦਿਆਲੂ ਕਿਰਪਾਲੂ ਵਾਹਿਗੁਰੂ ਜੀ ਨੂੰ। ਕਿਉਂ ਨਹੀਂ ਚੇਤਾ ਕਰਦੇ। ਹਾਂਜੀ ਬਿਬਹਿ ਨਾ ਜਾਣ ਸਕੋਈ। ਗੱਜ ਕੇ ਆਖੋ ਵਾਹਿਗੁਰੂ। ਭਗਤ ਧੰਨਾ ਜੀ ਕਹਿਣ ਲੱਗੇ ਮੈਨੂੰ ਤੇ ਸਾਰੇ ਪਾਸੇ ਹੁਣ ਉਹੋ ਹੀ ਵੇਖਦਾ। ਕਹਿਣ ਲੱਗੇ ਹੁਣ ਤੇ ਰੱਬ ਹੀ ਨਜ਼ਰ ਆ ਰਿਹਾ। ਕਹਿਣ ਲੱਗੇ ਹੁਣ ਤੇ ਪਰਮੇਸ਼ਰ ਹੀ ਨਜ਼ਰ ਆ ਰਿਹਾ। ਹੁਣ ਪਰਮੇਸ਼ਰ ਤੋਂ ਸਿਵਾ ਨਜ਼ਰ ਹੀ ਕੋਈ ਨਹੀਂ ਆਉਂਦਾ। ਤੇ ਤੁਸੀਂ ਕਿਉਂ ਨਹੀਂ ਜਪਦੇ। ਗੱਜ ਕੇ ਆਖੋ ਵਾਹਿਗੁਰੂ। ਉਹ ਕਿਉਂ ਨਾ ਜਪਿਆ ਜੀ। ਉਹਨਾਂ ਨੂੰ ਸੁੱਖ ਮਿਲ ਗਿਆ। ਉਹਨਾਂ ਅੱਗੋਂ ਸਾਨੂੰ ਦੱਸਿਆ। ਕਹਿਣ ਲੱਗੇ ਜਪੋ ਉਸ ਰੱਬ ਤੋਂ ਬਗੈਰ ਤੇ ਹੋਰ ਕੁਝ ਹੈ ਹੀ ਨਹੀਂ। ਕਹਿਣ ਲੱਗੇ ਹਾਂਜੀ ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੋ ਹੋਈ। ਹੁਣ ਆਹ ਗੱਲ ਬੜੇ ਧਿਆਨ ਨਾਲ ਸੁਣਨੀ ਤੇ ਬੜੇ ਕੰਮ ਆਉਣ ਵਾਲੀ ਹੈ ਕੀਤੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਗਤ ਜੀ ਨੇ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੱਤੀ। ਬਾਅਦ ਵਿੱਚ ਪਹਿਲਾਂ ਸਿੱਖਿਆ ਲਈ ਸੁਣੀ ਸਿੱਖਿਆ ਤੇ ਅਮਲ ਕੀਤਾ ਤੇ ਫਿਰ ਸਾਨੂੰ ਦਿੱਤੀ ਜੀ। ਫਿਰ ਕਹਿਣ ਲੱਗੇ ਤੁਸੀਂ ਜਿੱਥੇ ਮਰਜ਼ੀ ਖੰਡਾਂ ਬ੍ਰਹਮੰਡਾਂ ਵਿੱਚ ਚਲੇ ਜਾਓ ਹੋਣਾ ਉਹੋ ਹੀ ਹੈ ਜੋ ਵਾਹਿਗੁਰੂ ਨੇ ਕਰਨਾ ਜੀ। ਮਾਫ ਕਰਿਓ ਕਥਾ ਵਿਦੇਸ਼ਾਂ ਵਿੱਚ ਵੀ ਜਾਣੀ ਹੈ ਪਰ ਅਸੀਂ ਬਾਹਰ ਜਾਂਦੇ ਆ ਬ੍ਰਹਮ ਗਿਆਨੀ ਬਣਨ ਵਾਸਤੇ ਤਾਂ ਨਹੀਂ ਜਾਂਦੇ ਜੀ। ਹਾਂਜੀ ਕੋਈ ਬ੍ਰਹਮ ਗਿਆਨੀ ਬਣਨ ਵਾਸਤੇ ਵਿਦੇਸ਼ 'ਚ ਜਾਂਦਾ ਵੀ ਮੈਂ ਜਾ ਕੇ ਬ੍ਰਹਮ ਗਿਆਨੀ ਬਣਨਾ। ਇਹ ਗੱਲ ਵੱਖਰੀ ਹੈ।
ਉੱਥੇ ਜਾ ਕੇ ਬਹੁਤ ਸਾਰੇ ਸਿੱਖ ਗੁਰੂ ਨਾਲ ਜੁੜ ਗਏ ਜੀ, ਸਤਿਗੁਰੂ ਜੀ ਨਾਲ ਜੁੜ ਗਏ। ਇੱਥੋਂ ਤੇ ਮਾਇਆ ਕਮਾਉਣੀ ਸਾਰੇ ਜਾਂਦੇ ਜੀ। ਇੱਕ ਨਾ ਜੀ ਮਾਤਾ ਜੀ ਇੱਥੇ ਰਹਿਰਾ ਸਾਹਿਬ ਦੇ ਸਮੇਂ ਆਉਂਦੇ ਤੇ ਉਹ ਮੈਨੂੰ ਕਹਿਣ ਲੱਗੇ ਵੀ ਤੂੰ ਬਾਹਰ ਚਲ ਜਾ, ਕਹਿਣ ਲੱਗੇ ਮੈਂ ਕੀ ਹੋਏਗਾ, ਐਡਾ ਡਾਲਰਾਂ ਦਾ ਢੇਰ ਲੱਗਦਾ, ਕਹਿਣ ਲੱਗੇ। ਕੱਜ ਕੇ ਆਖੋ ਵਾਹਿਗੁਰੂ। ਮੈਂ ਕਿਹਾ ਔਰੇ ਨਾ ਕੀ ਹੋਏਗਾ। ਹਾਂਜੀ ਸੰਗਤ ਜੀ ਇਹ ਆਖਿਆ, ਵਾਹਿਗੁਰੂ ਮਾਫ ਕਰਿਓ, ਆਖਿਆ ਉਹਦੇ ਨਾਲ ਕੀ ਹੋਏਗਾ। ਕਹਿਣ ਲੱਗੀ ਡਾਲਰ ਮਿਲਣਗੇ। ਮੈਂ ਹੋਏਗਾ ਕੀ ਡਾਲਰ ਮਿਲਣਾ, ਆਹੇ ਡਾਲਰ ਮਿਲਣਗੇ। ਤੇ ਮੈਂ ਕਿਹਾ ਮਾਤਾ ਜੀ ਬੇਨਤੀ 'ਚ ਇੱਕ ਅਰਦਾਸ ਕਰੋ। ਕਹਿਣ ਲੱਗੇ ਕੀ। ਇਹ ਅਰਦਾਸ ਕਰੋ ਵੀ ਵਾਹਿਗੁਰੂ ਮੇਰੇ ਮਨ ਨੂੰ ਸੰਤੋਖ ਬਖਸ਼ ਦੇ ਜੀ। ਜੇ ਸੰਤੋਖ ਹੈ ਤੇ ਸੰਗਤ ਜੀ ਆ ਜਿਹੜੀ ਲਾਗੇ ਤੁਸੀਂ ਮਾਇਆ ਰੱਖੀ ਇਹੋ ਹੀ ਬੜੀ ਮੇਰੇ ਵਾਸਤੇ, ਇਹੋ ਹੀ ਹੈ। ਤੇ ਜੇ ਨਹੀਂ ਮਾਫ ਕਰਨਾ, ਡਾਲਰਾਂ ਦਾ ਢੇਰ ਲੱਗਾ ਰਹੇ, ਮਨ ਸੁਖੀ ਨੀਚੇ ਆਉਣਾ। ਮਨ ਵਾਹਿਗੁਰੂ ਜੀ ਦੇ ਨਾਮ ਨਾਲ ਹੀ ਸੁਖੀ ਹੋਣਾ। ਗੱਜ ਕੇ ਆਖੋ ਵਾਹਿਗੁਰੂ। ਖੰਡ ਬ੍ਰਹਿਮੰਡ ਵਿੱਚ ਚਲੇ ਜੋ, ਕਹਿਣ ਲੱਗੇ ਸੁਖੀ ਹੋ ਜਾਓਗੇ। ਹੋਣਾ ਤਾਂ ਉਹੀ ਹੈ ਜੋ ਵਾਹਿਗੁਰੂ ਨੇ ਕਰਨਾ ਜੀ। ਭਗਤ ਸਾਹਿਬ ਇਹ ਕਹਿ ਰਹੇ ਨੇ, ਫਿਰ ਦੁਬਾਰਾ ਸੁਣੋ। ਜੇ ਧਾਵ ਹੈ, ਹਾਂਜੀ, ਜੇ ਧਾਵ ਹੈ ਬ੍ਰਹਮੰਡ ਖੰਡ ਕਾ, ਕਰਤਾ ਕਰੈ ਸੋ ਹੋਇ। ਇਸ ਬ੍ਰਹਮੰਡ ਦੇ, ਪੂਰੇ ਬ੍ਰਹਮੰਡ ਦੇ ਕਿਸੇ ਵੀ ਖੰਡ ਵਿੱਚ ਜਾ ਕੇ ਭੱਜ ਜਾ, ਕਹਿਣ ਲੱਗੇ ਜੋ ਮਰਜ਼ੀ ਕਰੀ ਜਾ, ਹੋਣਾ ਉਹੀ ਹੈ ਜੋ ਵਾਹਿਗੁਰੂ ਨੇ ਕਰਨਾ ਜੀ। ਮਿਲਣਾ ਉਹੀ ਹੈ ਜੋ ਵਾਹਿਗੁਰੂ ਜੀ ਨੇ ਦੇਣਾ, ਕਹਿਣ ਲੱਗੇ। ਹਾਂਜੀ ਤੇ ਫਿਰ ਕਿੰਨਾ ਚੰਗਾ ਵੀ ਜੇ ਬੰਦਾ ਉਹਦਾ ਨਾਮ ਜਪੀ ਜਾਏ। ਗੱਜ ਕੇ ਆਖੋ ਵਾਹਿਗੁਰੂ। ਦੇਣਾ ਉਹਨੇ, ਕਰਨਾ ਉਹਨੇ, ਸੋਚਣਾ ਉਹਨੇ। ਤਾਂ ਅਸੀਂ ਐਵੇਂ ਭੱਜੇ ਨੱਸੀ ਫਿਰੀਏ ਜੀ। ਅਸੀਂ ਇੱਥੇ ਹੀ ਬੈਠੇ, ਆਨੰਦ ਹੈ ਜੀ, ਇੱਥੇ ਹੀ ਆਨੰਦ ਹੈ। ਹਾਂਜੀ ਰਹਾਉ ਜਨਨੀ ਕੇਰੇ ਉਧਰ ਉਦਕ ਮਹਿ, ਪਿੰਡ ਕੀਆ 10 ਦੁਆਰਾ। ਭਗਤ ਜੀ ਨੇ ਆਖੋ ਧੰਨ ਭਗਤ ਧੰਨਾ ਸਾਹਿਬ ਜੀ। ਧੰਨਾ ਸਾਹਿਬ ਜੀ। ਹਾਂਜੀ ਥੋੜਾ ਜਿਹਾ ਗੱਜ ਕੇ ਆਖਿਆ ਕਰੋ। ਕਾਰਨ ਪਤਾ ਕੀ ਹੈ, ਕਥਾ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਨੇ ਜਦੋਂ ਜਾਣਾ ਨਾ ਨਿੱਜੀ ਸਥਾਨਾਂ ਤੇ, ਤਾਂ ਤੁਹਾਡੇ ਵਾਸਤੇ ਜਲ ਪਾਣੀ ਦਾ ਪੂਰਾ ਪ੍ਰਬੰਧ ਕੀਤਾ। ਤੇ ਜ਼ੋਰ ਲਾ ਲਾ ਕੇ ਆਖੋ ਤੇ ਫਿਰ ਖੁੱਲਾ ਛਕਿਓ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਭਗਤ ਜੀ ਨੇ ਸਾਡੇ ਜੀਵਨ ਦੀ ਸਿੱਖਿਆ ਦਿੱਤੀ, ਜਿਹੜੀ ਸਾਡੇ ਨਾਲ ਵਰਤ ਰਹੀ ਹੈ ਜੀ, ਵਰਤ ਰਹੀ ਹੈ। ਉਹ ਕਹਿੰਦੇ ਮਾਂ ਦੀ ਕੁੱਖ ਵਿੱਚ, ਗੱਜ ਕੇ ਆਖੋ ਵਾਹਿਗੁਰੂ। ਜਨਨੀ ਕੇਰੇ ਉਦਰ ਉਦਕ ਮਹਿ, ਮਾਂ ਦੇ ਉਦਰ ਵਿੱਚ, ਪੇਟ ਵਿੱਚ ਪਾਣੀ ਵੀ ਹੈ, ਕਹਿਣ ਲੱਗੇ। ਹਾਂਜੀ ਮਾਂ ਦੇ ਪੇਟ ਵਿੱਚ ਬੰਦਾ ਪੁੱਠਾ ਲਟਕਿਆ ਹੋਇਆ, ਕਹਿਣ ਲੱਗੇ। ਤੇ ਪਿੰਡ ਕੀਆ 10 ਦੁਆਰਾ। ਗੱਜ ਕੇ ਆਖੋ ਵਾਹਿਗੁਰੂ। ਭਗਤ ਜੀ ਕਹਿੰਦੇ ਵੇਖੋ ਰੱਬ ਦੀ ਰਚਨਾ, ਸਰੀਰ ਵਿੱਚ ਦੂਜਾ ਸਰੀਰ ਪੈਦਾ ਹੋ ਰਿਹਾ, ਕਹਿਣ ਲੱਗੇ। ਇੱਕ ਸਰੀਰ 'ਚ ਦੂਜਾ ਸਰੀਰ ਪੈਦਾ ਹੋ ਰਿਹਾ, 10 ਦੁਆਰਾਂ ਵਾਲਾ, 2 ਅੱਖ, 1 ਨੱਕ, ਕੰਨ, ਮੁਖ, ਕਈ ਕੁਝ ਜੀ, 10 ਦੁਆਰ। ਕਹਿਣ ਲੱਗੇ 10 ਦੁਆਰਾਂ ਵਾਲਾ ਸਰੀਰ ਮਾਂ ਦੀ ਕੁੱਖ ਵਿੱਚ ਵਾਹਿਗੁਰੂ ਨੇ ਬਣਾਤਾ। ਮਾਂ ਦੀ ਕੁੱਖ ਵਿੱਚ ਕਿੱਥੋਂ ਡਾਕਟਰ ਆ ਕੇ ਉਹਦਾ ਬਿਮਾਰ ਫੀਵਰ ਚੈੱਕ ਕਰੇਗਾ, ਕਿੱਥੋਂ ਆ ਕੇ ਰੋਟੀ ਦੇਗਾ। ਹਾਂਜੀ ਦੇ ਆਹਾਰ ਅਗਨ ਮਹਿ ਰਾਖੈ। ਪਰ ਗੱਜ ਕੇ ਆਖੋ ਵਾਹਿਗੁਰੂ। ਭਗਤ ਜੀ ਸਾਨੂੰ ਸਿੱਖਿਆ ਦੇ ਰਹੇ, ਕਹਿਣ ਲੱਗੇ ਭਾਈ ਵੇਖੋ ਰੱਬ ਜੀ ਕਿੱਡੇ ਦਿਆਲੂ ਨੇ, ਕਹਿਣ ਲੱਗੇ ਕਿੱਡੇ ਵੱਡੇ ਦਿਆਲੂ ਨੇ। ਜਿੱਥੇ ਬੰਦਾ ਵੇਖ ਵੀ ਨਹੀਂ ਸਕਦਾ ਸਾਨੂੰ ਰੱਬ ਉੱਥੇ ਵੀ ਭੋਜਨ ਦੇ ਰਿਹਾ ਸਾਨੂੰ। ਹਾਂਜੀ ਸੱਚੀ ਗੱਲ ਹੈ। ਦੁਨੀਆ ਦੀ ਅਜੇ ਤੱਕ ਇਹੋ ਜਿਹੀ ਕੋਈ ਮਸ਼ੀਨ ਨਹੀਂ ਚ ਪੈਦਾ ਹੋਈ। ਠੀਕ ਹੈ ਹੁਣ ਉਹ ਦੱਸਦੇ ਨੇ, ਟੈਸਟ ਵੀ ਕਰਾ ਲੈਂਦੇ ਨੇ, ਬੱਚਾ ਦੱਸਦੇ ਜੀ ਆ ਹਿੱਲ ਰਿਹਾ, ਇਸ ਤਰ੍ਹਾਂ ਕਰ ਰਿਹਾ, ਪਰ ਅੱਖਾਂ ਕੰਨ ਨੱਕ ਦਾ ਕੀ ਪਤਾ ਲੱਗੇਗਾ ਜੀ। ਚਿਹਰਾ ਖੂਬਹੂ ਥੋੜਾ ਵੇਖ ਸਕਦਾ ਜੀ। ਇਹਦਾ ਭਾਵ ਵੀ ਜਿੱਥੇ ਹੱਥ ਵੀ ਨਹੀਂ ਜਾ ਸਕਦਾ ਬੰਦੇ ਦਾ, ਮਾਂ ਦੇ ਕੁੱਖ ਦੇ ਅੰਦਰ ਨਿਰਾ ਹੀ ਸੇਕ ਹੈ, ਨਿਰਾ ਸੇਕ। ਭਗਤ ਜੀ ਕਹਿੰਦੇ ਉੱਥੇ ਤੂੰ ਚਿੰਤਾ ਕਰਦਾ, ਕਹਿਣ ਲੱਗੇ ਉੱਥੇ ਤੂੰ ਕਹਿਣਾ ਵੀ ਮੈਂ ਵਿਦੇਸ਼ ਚਲ ਜਾਣਾ। ਕੱਜ ਕੇ ਆਖੋ ਵਾਹਿਗੁਰੂ। ਉੱਥੇ ਤਾਂ ਨਹੀਂ ਤੂੰ ਕਹਿਣਾ, ਕਹਿਣ ਲੱਗੇ ਉੱਥੇ ਤੇ ਕੋਈ ਚਿੰਤਾ ਨਹੀਂ ਹੈਗੀ, ਉੱਥੇ ਵੀ ਵਾਹਿਗੁਰੂ ਦੇ ਰਿਹਾ ਰੋਟੀ। ਫਿਰ ਦੁਬਾਰਾ ਪੰਕਤੀ ਸੁਣੋ। ਹਾਂਜੀ ਦੇ ਆਹਾਰ ਅਗਨ ਮਹਿ ਰਾਖੈ। ਅਗਨੀ ਵਿੱਚ ਆਹਾਰ ਦੇ ਰਿਹਾ, ਰੱਬ ਭੋਜਨ ਦੇ ਰਿਹਾ, ਕਹਿਣ ਲੱਗੇ ਮਾਂ ਦੀ ਕੁੱਖ ਵਿੱਚ ਅਗਨ ਮਹਿ ਰਾਖੈ, ਅੱਗ ਤੋਂ ਬਚਾ ਕੇ ਵੀ ਰੱਖਦਾ ਫਿਰ ਵਾਹਿਗੁਰੂ। ਹਾਂਜੀ ਐਸਾ ਖਸਮ ਹਮਾਰਾ। ਐਸਾ ਖਸਮ ਹਮਾਰਾ, ਐਸਾ ਖਸਮ ਹਮਾਰਾ, ਐਸਾ ਖਸਮ ਹਮਾਰਾ, ਐਸਾ ਖਸਮ ਹਮਾਰਾ। ਦੇਖੋ ਭਗਤ ਜੀ ਨੂੰ ਕਿੰਨਾ ਮਾਣ ਹੈ ਆਪਣੇ ਖਸਮ ਤੇ ਜੀ। ਮਾਣ ਹੀ ਹੈ ਨਾ ਜੀ, ਖਸਮ ਹੁੰਦਾ ਮਾਲਕ। ਭਗਤ ਜੀ ਨੂੰ ਕਿੰਨਾ ਮਾਣ ਆਪਣੇ ਖਸਮ ਦਾ, ਕਹਿਣ ਲੱਗੇ ਇਹੋ ਜਿਹਾ ਤੇ ਮੇਰਾ ਖਸਮ, ਕਹਿਣ ਲੱਗੇ
ਇਹੋ ਜਾਚੇ ਮੇਰਾ ਰੱਬ, ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਕਿਉਂ ਨਾ ਭਗਤੀ ਕੀਤੀ, ਉਹਨਾਂ ਦੇ ਕੰਮ ਸਵਾਰਤੇ ਦੀ, ਰੱਬ ਨੇ ਕੰਮ ਸਵਾਰਤੇ। ਇਸ ਕਰਕੇ ਭਗਤ ਜੀ ਕਹਿੰਦੇ ਨੇ, ਐਸਾ ਖਸਮ ਹਮਾਰਾ, ਐਸਾ ਖਸਮ ਹਮਾਰਾ, ਖਸਮ ਹਮਾਰਾ, ਐਸਾ ਖਸਮ ਹਮਾਰਾ ਜੀ ਐਸਾ ਖਸਮ ਹਮਾਰਾ, ਐਸਾ ਖਸਮ ਹਮਾਰਾ, ਖਸਮ ਹਮਾਰਾ, ਐਸਾ ਖਸਮ ਹਮਾਰਾ। ਕਹਿਣ ਲੱਗੇ ਮੇਰਾ ਖਸਮ ਚ ਐਸਾ ਚ ਮੇਰਾ ਖਸਮ, ਬੰਦੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਉਹ ਆਪੇ ਹੀ ਸਾਰਾ ਕੁਝ ਦੇਣ ਵਾਲਾ। ਹਾਂਜੀ, ਕੁਮੇ ਜਲ ਮਾਹੇ ਤਨ ਤਿਸ ਬਾਹਰ। ਫਿਰ ਹੋਰ ਪ੍ਰਮਾਣ ਦੇਤਾ ਜੀ ਭਗਤ ਜੀ ਨੇ, ਗੱਜ ਕੇ ਆਖੋ ਵਾਹਿਗੁਰੂ। ਕੁੰਮੀ ਕਹਿੰਦੇ ਕਸ਼ੂ ਕੰਮੀ ਨੂੰ, ਕਹਿਣ ਲੱਗੇ ਉਹ ਪਾਣੀ ਵਿੱਚ ਹੈ। ਤੇ ਸੰਗਤ ਜੀ ਵੇਖੋ, ਵੱਖ ਵੱਖ ਜੀਵ ਤੇ ਵੱਖ ਵੱਖ ਹੀ ਉਹਨਾਂ ਦੇ ਸੰਤਾਨ ਪੈਦਾ ਕਰਨ ਦੇ ਤਰੀਕੇ ਜੀ। ਵਾਹਿਗੁਰੂ ਦੀ ਸਾਇੰਸ ਕਹਿ ਲਓ। ਕਸ਼ੂ ਕੰਮੀ ਕੀ ਕਰਦੀ ਹੈ? ਆਪਣੇ ਆਂਡੇ ਜ਼ਮੀਨ ਵਿੱਚ ਲੁਕੋ ਜਾਂਦੀ ਹੈ ਜੀ। ਹਾਂਜੀ, ਤਨ ਦਾ ਅਰਥ ਬੱਚਾ ਹੁੰਦਾ ਜੀ, ਤਨ ਦਾ ਅਰਥ ਹੁੰਦਾ ਔਲਾਦ। ਕੁਛੂ ਕੰਮੀ ਆਪ ਪਾਣੀ 'ਚ ਹੈ, ਪਰ ਉਹਦੇ ਜਿਹੜੇ ਆਂਡੇ ਨੇ, ਉਹਦੇ ਬੱਚੇ ਨੇ ਜਿਨ੍ਹਾਂ ਆਂਡਿਆਂ 'ਚ, ਉਹ ਜ਼ਮੀਨ ਵਿੱਚ ਦੱਬੇ, ਉਹਨੇ ਆਪ ਹੀ ਦੱਬੇ ਜੀ। ਉਹ ਤਾਂ ਭਾਵੇਂ ਕੋਈ ਕੰਮ ਕਰੇ ਨਾ ਕਰੇ, ਉਹਨੂੰ ਟ੍ਰੇਨਿੰਗ ਨਹੀਂ ਲੈਣੀ ਪੈਂਦੀ ਵੀ ਇਸ ਤਰ੍ਹਾਂ ਗੱਡਾ ਖੋਦਣਾ, ਇਸ ਤਰ੍ਹਾਂ ਆਂਡੇ ਦੇ ਕੇ ਇਸ ਤਰ੍ਹਾਂ ਉਹਨੂੰ ਕਵਰ ਕਰ ਦੇਣਾ ਜੀ। ਪਰ ਵਾਹਿਗੁਰੂ ਨੇ ਉਹਨਾਂ ਨੂੰ ਮੱਤ ਦਿੱਤੀ ਹੈ ਜੀ, ਮੱਤ ਦਿੱਤੀ ਹੈ। ਕਹਿਣ ਲੱਗੇ ਕੁਛੂ ਕੰਮੀ ਵੇਖੋ, ਆਪ ਪਾਣੀ 'ਚ ਹੈ, ਆਪ ਪਾਣੀ 'ਚ ਹੈ, ਉਹਦੇ ਬੱਚੇ ਬਾਹਰ ਨੇ। ਹਾਂਜੀ, ਪੰਖ ਖੀਰ ਤਿਨ ਨਾਹੀ। ਗੱਜ ਕੇ ਆਖੋ ਵਾਹਿਗੁਰੂ। ਬੱਚਿਆਂ ਕੋਲ ਖੰਭ ਨਹੀਂ ਹੈਗੇ ਵੀ ਉੱਡ ਕੇ ਆਪਣੀ ਮਾਂ ਕੋਲ ਚਲ ਜਾਣ ਜੀ। ਬੱਚਿਆਂ ਕੋਲ ਖੰਭ ਨਹੀਂ ਹੈਗੇ, ਤੇ ਨਾ ਹੀ ਦੁੱਧ ਹੈ ਉਹਨਾਂ ਕੋਲ ਮਾਂ ਦਾ, ਵੀ ਉਹ ਉਹਨਾਂ ਦੀ ਮਾਂ ਉੱਥੇ ਆ ਕੇ ਦੁੱਧ ਪਿਆਏ ਉਹਨਾਂ ਨੂੰ। ਹਾਂਜੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਪਰ ਭਗਤ ਜੀ ਕਹਿੰਦੇ ਵੇਖ ਰੱਬ ਦੀ ਲੀਲਾ ਵੇਖ। ਗੱਜ ਕੇ ਆਖੋ ਵਾਹਿਗੁਰੂ। ਰੱਬ ਜੀ ਉੱਥੇ ਵੀ ਉਹਨਾਂ ਨੂੰ ਖੁਰਾਕ ਦੇ ਰਹੇ, ਉੱਥੇ ਵੀ ਖੁਰਾਕ ਦੇ ਰਹੇ, ਭੁੱਖੇ ਨਹੀਂ ਮਰਦੇ ਕੁਛੂ ਕੰਮੀ ਦੇ ਬੱਚੇ। ਹਾਂਜੀ, ਊੜਿਆ ਊੜ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਬੜੇ ਲੰਮੇ ਅਰਥ ਜੀ ਇਹਦੇ, ਗੁਰੂ ਕਿਰਪਾ ਕਰੇ। ਵੇਖੋ ਭਗਤ ਜੀ ਸਿੱਖਿਆ ਦੇ ਰਹੇ ਵੀ ਜਿਹੜੀ ਭੱਜ ਦੌੜ ਹੈ ਨਾ, ਇਹ ਘੱਟ ਕਰ ਦਿਓ। ਇਹਦਾ ਭਾਵ ਇਹ ਨਹੀਂ ਵੀ ਬਿਲਕੁਲ ਹੀ ਵਿਹਲੇ ਬਹਿ ਜਾਓ, ਇਹ ਵੀ ਨਹੀਂ, ਕਿਰਤ ਵੀ ਕਰਨੀ ਹੈ, ਪਰ ਭੱਜ ਦੌੜ ਘੱਟ ਕਰੋ। ਕਹਿਣ ਲੱਗੇ ਭੱਜ ਦੌੜ ਘੱਟ ਕਰੋ, ਜੋ ਵਾਹਿਗੁਰੂ ਦੇ ਰਿਹਾ ਉਹਦੇ 'ਚ ਖੁਸ਼ ਰਹੋ, ਜੋ ਵਾਹਿਗੁਰੂ ਦੇ ਰਿਹਾ ਉਹਦੇ 'ਚ ਖੁਸ਼ ਰਹੋ। ਭੱਜ ਦੌੜ ਘੱਟ ਕਰੋ। ਇਹ ਨਹੀਂ ਵੀ ਜਿਹੜੇ ਹੁਣ ਭੱਜ ਦੌੜ ਕਰ ਵੀ ਨਹੀਂ ਸਕਦੇ, ਉਹਨਾਂ ਦਾ ਪ੍ਰਮਾਣ ਦੇ ਦਿੱਤਾ ਭਗਤ ਜੀ ਨੇ। ਮਾਂ ਦੀ ਕੁੱਖ 'ਚ ਬੱਚਾ ਭੱਜ ਦੌੜ ਨਹੀਂ ਕਰਦਾ। ਕੁਛੂ ਕੰਮੀ ਦਾ ਬੱਚਾ ਆਂਡੇ 'ਚ ਬੈਠਾ, ਬਾਅਦ 'ਚੋਂ ਜਨਮ ਹੋ ਜਾਂਦਾ, ਆਂਡਾ ਫੁੱਟ ਜਾਂਦਾ, ਕੋਈ ਭੱਜ ਦੌੜ ਨਹੀਂ ਕਰਦਾ, ਰੱਬ ਉਹਨੂੰ ਵੀ ਦਿੰਦਾ। ਕਹਿਣ ਲੱਗੇ ਅਗਲਾ ਪ੍ਰਮਾਣ ਹੋਰ ਕਮਾਲ ਦਾ ਦੇਤਾ, ਉਹ ਵੀ ਸੁਣੋ। ਹਾਂਜੀ, ਪਾਖਣ ਕੀਟ ਗੁਪਤ ਹੋਏ ਰਹਤਾ, ਤਾਂ ਚੋ ਮਾਰਗ ਨਾਹੀ। ਜੱਥਾ ਨਾ ਜੀ, ਟਕਸਾਲ ਦਾ ਜੱਥਾ, ਮਹਾਂਪੁਰਸ਼ ਜਿੱਥੇ ਜਾਂਦੇ ਕਥਾ ਨਾਲ ਨਾਲ ਚੱਲਦੀ ਸੀ। ਹਰਿਦੁਆਰ ਵਾਲੇ ਪਾਸੇ ਗਿਆ ਜੀ, ਤੇ ਉੱਥੇ ਹੋਇਆ ਕਿ ਜੀ ਇੱਕ ਪੱਥਰ ਕੱਟਿਆ ਗਿਆ ਜੀ, ਤੇ ਉਸ ਪੱਥਰ ਵਿੱਚ ਨਾ ਨਿੱਕਾ ਜਿਹਾ ਕੀੜਾ ਬੈਠਾ ਜੀ। ਗੱਜ ਕੇ ਆਖੋ ਵਾਹਿਗੁਰੂ। ਪੱਥਰ ਕੱਟਿਆ ਤੇ ਪੱਥਰ ਦੇ ਵਿੱਚੋਂ ਨਿਕਲਿਆ ਜੀ। ਸੰਗਤ ਜੀ, ਸਾਨੂੰ ਕੀ ਪਤਾ ਕੰਧ ਦੇ ਵਿੱਚ ਕੀ ਕੀ ਵੜਿਆ ਜੀ, ਅਸੀਂ ਤੇ ਆਪਣੇ ਵੱਲੋਂ ਸਫਾਈ ਨਹੀਂ ਬਣਾਈ ਹੈ, ਪਰ ਵਾਹਿਗੁਰੂ ਨੇ ਕਿੱਥੇ ਕਿਹੜਾ ਜੀਵ ਪੈਦਾ ਕਰਤਾ ਸਾਨੂੰ ਥੋੜੀ ਪਤਾ। ਉਹ ਦੱਸਦੇ ਵੀ ਉਹਦੇ ਅੱਗੇ ਨਾ ਜੀ ਨਿੱਕੇ ਨਿੱਕੇ ਬਰਾਊਨ ਰੰਗ ਦੇ ਖੰਡ ਵਰਗੇ, ਸ਼ੱਕਰ ਵਰਗੇ ਕੁਝ ਪਿਆ ਸੀ, ਤੇ ਉਹ ਕੀੜਾ ਉਹ ਖਾ ਰਿਹਾ ਸੀਗਾ ਜੀ। ਉਹ ਮਹਾਂਪੁਰਸ਼ ਵਿਦਿਆਰਥੀਆਂ ਨੂੰ ਕਹਿੰਦੇ ਇਹ 'ਚ ਪਾਖਣ ਕੀਟ ਗੁਪਤ ਹੋਏ ਰਹਤਾ। ਪਾਖਣ ਦਾ ਅਰਥ ਹੈ ਪੱਥਰ, ਪੱਥਰ ਵਿੱਚ ਕੀੜਾ ਗੁਪਤ ਰਹਿ ਰਿਹਾ ਜੀ। ਤਾਚੋ ਮਾਰਗ ਨਹੀਂ, ਉਹਦੇ ਵਿੱਚ ਰਸਤਾ ਹੀ ਨਹੀਂ ਹੈਗਾ, ਨਾ ਅੰਦਰ ਜਾਣ ਦਾ ਨਾ ਬਾਹਰ ਆਉਣ ਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਅੰਦਰ ਕੀੜਾ ਜੀ ਪੱਥਰ ਦੇ, ਨਾ ਅੰਦਰ ਜਾਣ ਦਾ ਹੀ ਰਾਹ ਕੋਈ ਹੈਗਾ ਤੇ ਨਾ ਬਾਹਰ ਆਉਣ ਦਾ। ਹੁਣ ਉੱਥੇ ਕਿਵੇਂ ਜਨਮ ਹੋਦਿਆ ਉਹਦਾ। ਹਾਂਜੀ, ਪਰ ਇਹ ਸਾਨੂੰ ਹੁਣ ਕੀ ਪਤਾ ਕਿਵੇਂ ਉਹ ਮਰ ਜਾਂਦਾ ਜੀ, ਕਿਵੇਂ ਸਾਰੇ ਕੰਮ ਹੁੰਦੇ। ਪਰ ਭੁੱਖਾ ਵਾਹਿਗੁਰੂ ਉਹਨੂੰ ਵੀ ਨਹੀਂ ਰਹਿਣ ਦਿੰਦਾ ਜੀ, ਜਿੱਥੇ ਆਮ ਬੰਦਾ ਪਹੁੰਚਦਾ ਹੀ ਨਹੀਂ, ਆਮ ਬੰਦਾ ਵੇਖਦਾ ਹੀ ਨਹੀਂ। ਵਾਹਿਗੁਰੂ ਜੀ ਭਗਤ ਧੰਨਾ ਜੀ ਕਹਿ ਰਹੇ, ਕਹਿਣ ਲੱਗੇ ਵੇਖੋ ਦੁਨੀਆ ਦੇ ਲੋਕੋ, ਰੱਬ ਦੀ ਕੈਸੀ ਲੀਲਾ ਹੈ। ਕਹਿਣ ਲੱਗੇ
ਪੱਥਰ ਵਿੱਚ ਕੀੜਾ ਗੁਪਤ ਹੋਈ ਬੈਠਾ ਹੈ, ਉਹਨੂੰ ਵੀ ਪ੍ਰਸ਼ਾਦਾ ਦੇ ਰਿਹਾ ਰੱਬ। ਪਰਮੇਸ਼ਰ ਅਕਾਲ ਪੁਰਖ ਕਰਤਾ ਪੁਰਖ ਜੀ ਉਹਨੂੰ ਵੀ ਭੁੱਖਿਆ ਨਹੀਂ ਰੱਖ ਰਹੇ ਜੀ। ਹਾਂਜੀ। ਕਹੈ ਧੰਨਾ ਪੂਰਨ ਤਾਹੂ ਕੋ, ਮਾਤਰੈ ਜੀ ਡਰਾਹੇ। ਤੇ ਸਿੱਧੇ ਜੇ ਅਰਥ ਕਰਦੇ ਆ, ਭਗਤ ਧੰਨਾ ਜੀ ਕਹਿ ਰਹੇ, ਆਖੋ ਧੰਨ ਭਗਤ ਧੰਨਾ ਸਾਹਿਬ ਜੀ, ਧੰਨ ਭਗਤ ਧੰਨਾ ਸਾਹਿਬ ਜੀ। ਤੇ ਸਾਨੂੰ ਪ੍ਰਮਾਣ ਦੇ ਕੇ ਕਹਿਣ ਲੱਗੇ ਬੰਦੇ ਭੱਜ ਦੌੜ ਨਹੀਂ ਕਰਦੇ ਤਾਂ ਤੁਸੀਂ ਵੀ ਨਾ ਕਰਿਆ ਕਰੋ ਬਹੁਤੀ ਭੱਜ। ਸੱਚੀ ਗੱਲ 'ਚ ਆਪਾਂ ਬ੍ਰਹਮ ਗਿਆਨੀ ਬਣਨ ਥੋੜੀ ਉੱਥੇ ਜਾਂਦੇ ਆ। ਜੇ ਜਾਂਦੇ ਆ ਤੇ ਦੱਸੋ, ਮਾਇਆ ਕਰਕੇ ਜਾਂਦੇ ਆ। ਚਲੋ ਜਾਓ, ਚੰਗੀ ਗੱਲ ਹੈ, ਪਰ ਸਾਧ ਸੰਗਤ ਜੀ ਬਹੁਤ ਭੱਜ ਦੌੜ ਵਿੱਚ ਸੁੱਖ ਨਹੀਂ ਹੈਗਾ। ਬਹੁਤੀ ਭੱਜ ਦੌੜ ਵਿੱਚ ਸੁੱਖ ਨਹੀਂ ਹੈਗਾ। ਕਹੈ ਧੰਨਾ ਪੂਰਨ ਤਾਹੂ ਕੋ, ਵਾਹਿਗੁਰੂ ਪੂਰਨ ਹੈ ਕਹਿਣ ਲੱਗੇ, ਸਭ ਨੂੰ ਦੇ ਰਿਹਾ। ਔਰ ਮਾਤਰੇ ਜੀ ਡਰਾਹੇ, ਐਵੇਂ ਨਾ ਡਰੀ ਜਾਇਆ ਕਰ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ, ਐਵੇਂ ਨਾ ਡਰੀ ਜਾਇਆ ਕਰ। ਬੰਦਾ ਡਰਦਾ ਜੀ, ਅੱਜ ਦਿਹਾੜੀ ਨਾ ਲੱਗੇ ਤੇ ਕੀ ਬਣੇਗਾ, ਅੱਜ ਦਿਹਾੜੀ ਨਾ ਲੱਗੀ ਤੇ ਕੀ ਬਣੇਗਾ, ਆ ਜੇ ਤਨਖਾਹ ਨਾ ਮਿਲੀ ਤੇ ਕੀ ਬਣੇਗਾ ਸਾਡਾ। ਤੇ ਸੰਗਤ ਜੀ ਬੰਦਾ ਡਰਦਾ ਰਹਿੰਦਾ, ਵਾਹਿਗੁਰੂ ਫਿਰ ਸਾਰਾ ਕੁਝ ਪੂਰਾ ਕਰੀ ਜਾਂਦਾ ਜੀ, ਸਾਰਾ ਕੁਝ ਪੂਰਾ ਕਰੀ ਜਾਂਦਾ। ਇਹ ਸਿੱਖਿਆ ਦਿੱਤੀ ਭਗਤ ਜੀ ਨੇ ਸਾਨੂੰ, ਸਿੱਖਿਆ ਦਿੱਤੀ। ਅਰਦਾਸ ਕਰੀਏ। ਵੇਖੋ ਭਗਤ ਧੰਨਾ ਜੀ ਨੇ ਜਸ ਸੁਣਿਆ ਤੇ ਸੁਣ ਕੇ ਭਗਤੀ ਕਰਨ ਲੱਗ ਪਏ। ਅੰਦਰ ਰੱਬ ਜੀ ਪ੍ਰਗਟ ਹੋ ਗਏ, ਸਾਨੂੰ ਸਮਝਾਉਣ ਲੱਗ ਪਏ ਜੀ, ਸਾਨੂੰ ਸਮਝਾਉਣ ਲੱਗ ਪਏ। ਸਤਿਗੁਰੂ ਜੀ ਕਿਰਪਾ ਕਰਨ, ਦਿਆਲਤਾ ਕਰਨ। ਆਪ ਜੀ ਨੂੰ ਸਾਰਿਆਂ ਨੂੰ ਨਾ ਬਹੁਤ ਬਹੁਤ ਵਧਾਈ ਹੋਵੇ ਜੀ ਭਗਤ ਧੰਨਾ ਜੀ ਦੇ ਦਿਨ ਦੀ, ਉਹਨਾਂ ਦੇ ਜਨਮ ਦਿਨ ਦੀ। ਅੱਜ ਵੀ ਸਵੇਰੇ ਕਿਤੇ ਜਨਮ ਦਿਨ ਦੀ ਕਥਾ ਹੋ ਰਹੀ ਸੀ, ਉੱਥੇ ਵੀ ਬੇਨਤੀ ਕੀਤੀ ਸੀ ਵੀ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਜਿਹਨੇ ਸਰੀਰ ਦਿੱਤਾ ਜੀ। ਸਰੀਰ ਵਿੱਚ ਆ ਕੇ ਹੀ ਗੱਲ ਬਣਨੀ ਜੀ, ਸਰੀਰ ਵਿੱਚ ਆ ਕੇ ਹੀ ਨਾਮ ਜਪਣਾ, ਸ਼ੁਕਰ ਤੇ ਕਰਨਾ ਚਾਹੀਦਾ। ਪਰ ਭਗਤ ਸਾਹਿਬ ਵਰਗੇ ਇਹੋ ਜਿਹੇ ਮਹਾਂਪੁਰਸ਼ ਇਕੱਲਾ ਸਰੀਰ ਦੇ ਖੁਸ਼ੀਆਂ ਹੀ ਮਨਾਈਆਂ, ਉਹਨਾਂ ਨੇ ਸਰੀਰ ਨੂੰ ਸਫਲਾ ਕੀਤਾ ਜੀ, ਸਫਲਾ ਕੀਤਾ। ਵਾਹਿਗੁਰੂ ਜੀ ਕਿਰਪਾ ਕਰਨ, ਦਇਆ ਕਰਨ। ਆਓ ਅਸੀਂ ਵੀ ਆਪਣੇ ਖਸਮ ਨੂੰ ਧੰਨ ਆਖੀਏ। ਐਸਾ ਖਸਮ ਹਮਾਰਾ, ਐਸਾ ਖਸਮ ਹਮਾਰਾ, ऐसा खसम हमारा, ऐसा खसम हमारा, ते खसम दी सिफत करनी है। ते जदों सिफत हुंदी फिर होवे सिफत खसम दी, नूर अरसों कुरसों चट्टिया। तो डिठे सच्चे पातशाह मल जन्म जन्म दी। ऐसा खसम हमारा, ऐसा खसम हमारा, भगतां को बलिहारा, तेरियां भगतां को बलिहारा, भगतां को बलिहारा, तेरियां भगतां को बलिहारा, तेरियां भगतां को बलिहारा, भगतां को बलिहारा, तेरियां भगतां को बलिहारा, भगतां को बलिहारा, तेरियां भगतां को बलिहारा, तेरियां भगतां को बलिहारा। सतगुरु किरपा करन, दया करन। वेखो गल भी उन्हां दी हो गई, जिवें उन्हां सुनिया जिवें लगे ते लग के जो कीता वो भी सानूं पता लग गया हा। पर गुरु किरपा करे, महाराज किरपा करन, साडे भाग जगाउण, हिरदे विच नाम वसाउण साडे हिरदे विच, असीं भी इन्हां भगतां दी खाक लै सकीए। सतगुरु जी किरपा करन। फिर बेनती वेखो, ये नहीं भी भगत धन्ना जी नूं इसे जन्म करके प्राप्ति हुई। हाँ जी, पिछले जन्मां दी बहुत भगती सी जी, बहुत भगती सी, वो सारी ऐड हो के हुण गल बनी दी। और जिवें अमृत की बेनती की ना जी, वो माता जी ने एक ही घुट पीता तो उत्थे ही समाधि लग गई जी, उत्थे ही लग गई। इहदा भाव भी वो जिहड़ा पिछले जन्मां दा नाल नाल हिसाब किताब चलदा है ते चलण करके बंदा उहो जे काम करी जांदा है।
ਤੇ ਉਹੋ ਜਿਹੇ ਕੰਮ ਕਰਨ ਕਰਕੇ ਗਾਂ ਉਹੋ ਜਿਹਾ ਹੀ ਸਾਰਾ ਸਮਾਨ ਸਾਜੋ ਸਮਾਨ ਬਣੀ ਜਾਂਦਾ ਹੈ ਜੀ। ਵਾਹਿਗੁਰੂ ਜੀ ਕਿਰਪਾ ਕਰਨ, ਦਇਆ ਕਰਨ, ਵਾਹਿਗੁਰੂ ਜੀ ਦੀ ਬੰਦਗੀ ਕਰ ਸਕੀਏ। ਸੱਚੇ ਪਾਤਸ਼ਾਹ ਐਸਾ ਕਿਰਪਾ ਕਰਨ। ਹੁਣ ਭਗਤੀ ਕਰੀਏ ਥੋੜੀ ਜਿਹੀ। ਭਗਤੀ ਕੀ ਹੈ? ਭੈ ਵਿੱਚ ਰਹਿ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ। ਭੈ ਵਿੱਚ ਰਹਿ ਕੇ, ਭੈ ਵਿੱਚ ਬੈਸਹਿ, ਭੈ ਵਿੱਚ ਰਹੇ, ਭੈ ਵਿੱਚ ਕਮਾਵਹਿ ਕਾਰ। ਐਥੇ ਸੁਖ ਵਡਿਆਈਆਂ, ਦਰਗਹਿ ਮੋਖ ਦੁਆਰ। ਇਹ ਭਗਤੀ ਹੈ। ਭੈ ਵਿੱਚ ਰਹਿਣਾ, ਡਰ ਕੇ ਰਹਿਣਾ ਵਾਹਿਗੁਰੂ ਤੋਂ, ਤੇ ਉਸ ਤੋਂ ਡਰ ਡਰ ਕੇ ਨਾਮ ਜਪਣਾ। ਹਾਂਜੀ, ਭਾਵ ਬੁਰੇ ਕੰਮ ਤੋਂ ਸੰਕੋਚ ਕਰਕੇ ਨਾਮ ਜਪਣਾ। ਆਖੋ ਵਾਹਿਗੁਰੂ ਵਾਹਿਗੁਰੂ, 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 ਆਹ ਕੰਮ ਕਰਨਾ, ਇਹ ਹੋ ਨਹੀਂ ਰਿਹਾ। ਹਾਂਜੀ, ਤੇ ਇਹ ਕੰਮ ਕੀਤਿਆਂ ਹੀ ਸਰਨਾ ਸਾਡਾ ਜੀ। ਸਰਨਾ ਵੀ ਇਸੇ ਕੰਮ ਨਾਲ ਹੀ ਹੈ ਜੀ, ਤੇ ਇਹ ਹੋਣ ਨਹੀਂ ਦਿਆ ਜੀ। ਇਹਦੇ ਵਿੱਚ ਧਿਆਨ ਨਹੀਂ ਲੱਗ ਰਿਹਾ। ਭਗਤ ਜੀ ਨੇ ਇਹ ਕੰਮ ਕੀਤਾ ਜੀ, ਐਸਾ ਕੀਤਾ ਭਾਵੇਂ 600 ਸਾਲ, ਕੱਲੇ 600 ਸਾਲ ਤੇ ਹੋਣੀ ਆਏ, ਰਹਿੰਦੀ ਦੁਨੀਆ ਤੱਕ ਉਹਨਾਂ ਦਾ ਜਸ ਪ੍ਰਤਾਪ ਰਹਿਣਾ ਜੀ। ਰਹਿੰਦੀ ਦੁਨੀਆ ਤੱਕ, ਜਿੰਨਾ ਚਿਰ ਤੱਕ ਦੁਨੀਆ ਹੈ ਉਹਨਾਂ ਚਿਰ ਤੱਕ ਭਗਤ ਜੀ ਦਾ ਨਾਮ ਰਹਿਣਾ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। ਤੇ ਸੰਗਤ ਜੀ, ਗੁਰੂ ਕਿਰਪਾ ਕਰੇ ਸਾਰਿਆਂ ਨੂੰ ਹੀ ਸਮੱਤ ਬਖਸ਼ਣ ਸੱਚੇ ਪਾਤਸ਼ਾਹ। ਇੱਕ ਵਾਰੀ ਨਾ ਜੀ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ। ਪਿੰਡ ਰਾਮਦਵਾਲ ਜੀ, ਰਾਮਦਵਾਲੀ ਮੱਤੇ ਵਾਲੀ ਤੋਂ ਥੋੜਾ ਜਿਹਾ ਹੀ ਦੂਰ ਹੈ ਜੀ। ਕਿਸੇ ਦੁਸ਼ਟ ਪਾਪੀ ਵੱਲੋਂ ਹਾਂਜੀ ਕਾਬੂ ਤੇ ਉਹ ਆ ਗਿਆ ਜੀ। ਕਾਬੂ ਤੇ ਆ ਗਏ। 3 ਜਣੇ ਸੀਗੇ ਜੀ। ਗੁਰਦੁਆਰਾ ਸਾਹਿਬ ਵਿੱਚ ਜਾ ਕੇ ਰਾਤ 12:30 ਵਜੇ ਗੱਜ ਕੇ ਆਖੋ ਵਾਹਿਗੁਰੂ। ਇਹ ਕੋਈ ਅਸੀਂ ਚਾਹ ਅਨਾਉਂਸਮੈਂਟ ਜਾਂ ਖਬਰ ਨਹੀਂ ਸੁਣਾਉਂਦੇ ਜੀ। ਸਾਡਾ ਮਨ ਵੀ ਚਲੋ ਸੋਗ ਵਿੱਚ ਆਉਂਦਾ ਵੀ ਖੈਰ ਰਹੋ ਵਿਚਾਰ। ਰਾਤ 12:30 ਵਜੇ ਗੁਰਦੁਆਰਾ ਸਾਹਿਬ ਦਾਖਲ ਹੋ ਕੇ, ਉਹਦਾ ਇੱਕ ਕਮੀ ਹੋ ਗਈ ਨਾ ਜੀ। ਪਿੱਛੇ ਜੇ ਗੁਰੂ ਸਾਹਿਬ ਦੀ ਬੇਦਬੀ ਹੋਈ, 6 ਮਹੀਨੇ ਹੀ ਪਹਿਰੇ ਲਾਏ, ਚੰਗੀ ਗੱਲ ਸੀ। ਉਹਦੇ ਤੋਂ ਬਾਅਦ ਫਿਰ ਢਿੱਲੇ ਮੱਠੇ ਹੋ ਗਏ ਤੇ ਉਹਨਾਂ ਫਿਰ ਫਾਇਦਾ ਚੁੱਕ ਲਿਆ ਜੀ। ਫਿਰ ਚੁੱਕ ਲਿਆ ਫਾਇਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਗਨ ਭੇਟਾ ਕਰ ਦਿੱਤਾ ਜੀ। ਉਹਦੇ ਉੱਤੇ ਗੁਟਕਾ ਸਾਹਿਬ ਰੱਖ ਕੇ ਜੀ, ਉਹਦੇ ਉੱਤੇ। ਪਰ ਇਹ ਵੀ ਚੰਗੀ ਗੱਲ ਵੀ ਉਹ ਬੰਦੇ ਸਮੇਂ ਤੇ ਹੀ ਕਾਬੂ ਆ ਗਏ ਜੀ। ਸਮੇਂ ਤੇ ਕਾਬੂ ਆ ਗਏ। ਸੋਧਾ ਵੀ ਲਾਇਆ ਸੀਗਾ ਉਹਨਾਂ ਨੂੰ ਚੰਗਾ ਜੀ। ਹਾਂਜੀ, ਪਰ ਆਪਾਂ ਫਿਰ ਥੋੜ੍ਹੇ ਜਿਹੇ ਤਗੜੇ ਹੋ ਜਾਈਏ। ਬਹੁਤ ਦੂਰ ਤੱਕ ਗੱਲ ਜਾ ਰਹੀ। ਖੈਰ ਚਲੋ, ਵਿਦੇਸ਼ਾਂ ਵਿੱਚ ਤਾਂ ਨਹੀਂ ਐਸਾ, ਸਾਨੂੰ ਪੰਜਾਬੀਆਂ ਨੂੰ ਬਹੁਤ ਲੋੜ ਹੈ। ਅਸੀਂ ਫਿਰ ਉਸੇ ਤਰ੍ਹਾਂ ਹੀ ਡਟੀਏ, ਉਸੇ ਤਰ੍ਹਾਂ ਹੀ ਪੈਰਿਆਂ ਵਿੱਚ ਡਟ ਕੇ। ਉਹਨਾਂ ਵੇਖਿਆ ਵੀ ਇਹ ਫਿਰ ਠੰਡੇ ਹੋ ਕੇ ਬਹਿ ਕੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹਨਾਂ ਜੀ ਬਾਰ-ਬਾਰ ਸਾਨੂੰ ਚੁੰਡੀਆਂ ਭੋਰਦੇ ਜੀ। ਹਾਂਜੀ, ਫਿਰ ਠੰਡੇ ਹੋ ਕੇ ਬਹਿ ਗਏ। ਉਹਨਾਂ ਫਿਰ ਪੁੱਠਾ ਕੰਮ ਕਰਤਾ। ਪਰ ਇਹ ਵੀ ਚੰਗਾ ਵੀ ਫੜੇ ਗਏ ਜੀ। ਉਹ ਫੜੇ ਗਏ ਤੇ ਆਪਾਂ ਫਿਰ ਤਗੜੇ ਹੋ ਕੇ ਇਹ ਮੋਰਚਾ ਮਾਰਨਾ ਹੈ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਉਸੇ ਤਰ੍ਹਾਂ ਹੀ ਇੱਜ਼ਤ, ਭਾਵਨਾ, ਸਤਿਕਾਰ, ਅਦਬ ਕਾਇਮ ਰੱਖਣਾ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਧ ਸੰਗਤ